नमस्कार, आदाब, सत श्री अकाल। हमदर्द टीवी देखने वाले सारे दर्शकों का स्वागत है प्रोग्राम ओपन हाउस विद टीम अरोड़ा दे नाल। मैं हाँ तरनजीत कौर घुम्मण हाज़र हाँ जी लैके तुहाडा अपना प्रोग्राम जिहदे विच असीं गलबात करांगे रियल स्टेट मार्केट के बारे विच। किधर नूं जा रही है इस वक्त कैनेडा की रियल स्टेट मार्केट। जिवें असीं गलबात करदे हां अफोर्डेबल हाउसिंग का मुद्दा अक्सर इलैक्शनस दे विच हुंदा है, चाहे वो प्रोविंशियल इलैक्शन होण चाहे वो फैडरल लैवल दीयां इलैक्शनस होण। पर जदों ज़मीनी हकीकत की गल कीती जांदी है उस वक्त हाउसिंग सब तो वड्डे क्राइसिस के तौर के उत्ते अजे भी उभरिया है। सो महंगाई दर भावें इस वक्त हेठां आ चुकी है, पर जिहड़ी महंगाई दर हेठां आई है इसका हुण रियल स्टेट मार्केट के उत्ते की असर पएगा। ये कहा जा रहा सी कि इन्फ्लेशन नूं कंट्रोल करन लई रेट ऑफ इंटरस्ट जिहड़ी है लगातार वधाई जा रही है, पर हुण जिहड़ी इन्फ्लेशन नीचे आ रही है कि इसका रेट ऑफ इंटरस्ट के उत्ते असर पएगा ते जे रेट ऑफ इंटरस्ट के उत्ते असर पैंदा इसका रियल स्टेट मार्केट के उत्ते की असर पएगा। सो अज रियल स्टेट मार्केट के बारे में गलबात करांगे। तुहाडा कोई भी सवाल हैगा सानू अज ते लाइव प्रोग्राम च कॉल कर सकते हो, अपने विचार रख सकते हो रियल स्टेट मार्केट नूं लैके। सो प्रोग्राम की शुरुआत विच मेरे नाल जुड़ चुके ने जी टीम अरोड़ा तो शमशेर ढिल्लों जी ते दीपक राजपूत जी। बहुत बहुत स्वागत है सर तुहाडे दोवां दा। मेरे वालों भी हमदर्द देख रहे सारे ही श्रोतियों का बहुत बहुत स्वागत और सारे नूं सत श्री अकाल जी। मेरे वालों हमदर्द दे सारे दर्शकों को मेरा नमस्कार, सत श्री अकाल, आदाब। ਤੁਹਾਡਾ ਕੋਈ ਵੀ ਕੁਐਸਚਨ ਹੋਏ ਤਾਂ ਪਲੀਜ਼ ਸਾਨੂੰ ਲਾਈਵ ਤੁਸੀਂ ਪੁੱਛ ਸਕਦੇ ਹੋ ਤੇ ਅਸੀਂ ਆਪਣੀ ਨੌਲੇਜ ਦੇ ਅਕੋਰਡਿੰਗਲੀ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਬਿਲਕੁਲ ਸਰ, ਤੇ ਅੱਜ ਰੀਅਲ ਸਟੇਟ ਦੇ ਬਾਰੇ ਵਿੱਚ ਗੱਲਬਾਤ ਕਰਨੀ ਆ, ਕਾਫੀ ਕੁਝ ਗੱਲਾਂ ਬਾਤਾਂ ਤੁਹਾਡੇ ਤੋਂ ਜਾਣਾਂਗੇ ਜ਼ਰੂਰ। ਸਭ ਤੋਂ ਪਹਿਲਾਂ ਥੋੜੀ ਜਿਹੀ ਆਪਾਂ ਰੀਅਲ ਸਟੇਟ ਮਾਰਕੀਟ ਦੀ ਗੱਲ ਕਰੀਏ ਤਾਂ ਇਹ ਵੀਕ ਕਿਦਾਂ ਦਾ ਰਿਹਾ ਰੀਅਲ ਸਟੇਟ ਮਾਰਕੀਟ ਦੇ ਵਿੱਚ? ਇਹ ਵੀਕ ਕਿਉਂਕਿ ਦੇਖੋ ਜਿਹੜਾ ਇੰਟਰਸਟ ਰੇਟ 12 ਤਰੀਕ ਨੂੰ ਵਧਿਆ ਸੀਗਾ, ਉਹਦਾ ਹਮੇਸ਼ਾ ਪ੍ਰੀ ਤੇ ਪੋਸਟ ਇਫੈਕਟ ਜਿਹੜਾ ਆ ਕਿਸੇ ਵੀ ਇਵੈਂਟ ਦਾ ਉਹ ਜ਼ਰੂਰ ਹੁੰਦਾ ਆ। ਅਸੀਂ ਦੇਖਿਆ ਕਿ ਇੰਟਰਸਟ ਰੇਟ ਵਧਣ ਤੋਂ ਤਕਰੀਬਨ 1.5-2 ਹਫ਼ਤੇ ਪਹਿਲਾਂ ਐਕਟੀਵਿਟੀ ਬਹੁਤ ਜ਼ਿਆਦਾ ਘਟ ਗਈ ਸੀਗੀ ਮਾਰਕੀਟ ਦੇ ਵਿੱਚ। ਜਦੋਂ ਇੰਟਰਸਟ ਰੇਟ ਵਧਿਆ ਤਾਂ ਉਹ ਇਫੈਕਟ ਫਿਰ ਦੇਖਣ ਨੂੰ ਮਿਲਿਆ ਕਿ ਰੀਅਲ ਸਟੇਟ ਐਕਟੀਵਿਟੀ ਜਿਹੜੀ ਆ ਉਹ ਕਾਫੀ ਘੱਟ ਹੋਈ। ਇਨਵੈਂਟਰੀ ਭਾਵੇਂ ਕਿ ਵਧੀ ਹੈਗੀ ਹੈ, ਲੇਕਿਨ ਜੇ ਆਪਾਂ ਹਿਸਟੋਰੀਕਲੀ ਦੇਖੀਏ ਤਾਂ ਇਨਵੈਂਟਰੀ ਹਜੇ ਵੀ ਉਸ ਲੈਵਲ ਤੇ ਨਹੀਂ ਜਿੱਥੇ ਇੱਕ ਨਾਰਮਲ ਮਾਰਕੀਟ ਦੇ ਵਿੱਚ ਹੁੰਦੀ ਆ। ਸੇਲਸ ਡੈਫੀਨਿਟਲੀ ਪਿਛਲੇ ਹਫਤੇ ਦੇ ਵਿੱਚ ਕਾਫੀ ਨੀਚੇ ਗਈਆਂ, ਉਨੀਆਂ ਸੇਲਸ ਜਿੰਨੀਆਂ ਕਿ ਐਵਰੇਜ ਹੋ ਰਹੀਆਂ ਸੀਗੀਆਂ ਉਹ ਪਿਛਲੇ ਹਫਤੇ ਦੇ ਵਿੱਚ ਨਹੀਂ ਹੋਈਆਂ। ਸੋ ਓਵਰਆਲ ਜੇ ਆਪਾਂ ਕਹੀਏ ਕਿ ਰੀਅਲ ਸਟੇਟ ਐਕਟੀਵਿਟੀ ਇਹਨਾਂ 2-3 ਵੀਕਸ ਦੇ ਵਿੱਚ ਲੋ ਹੀ ਰਹੀ ਹੈ। ਜਿਵੇਂ ਤੁਸੀਂ ਲੋ ਦੀ ਗੱਲ ਕੀਤੀ ਹੈ, ਵੈਸੇ ਮੈਂ ਜੇ ਨਾਰਮਲ ਡੇਜ਼ ਦੇ ਮੁਕਾਬਲੇ ਕਰਾਂ ਕੰਪੈਰੀਜ਼ਨ ਤਾਂ ਕਿ ਸਮਰ ਸੀਜ਼ਨ ਦੇ ਵਿੱਚ ਆਮ ਤੌਰ ਤੇ ਅਜਿਹੇ ਹੀ ਹਾਲਾਤ ਹੁੰਦੇ ਨੇ ਜਾਂ ਫਿਰ ਤੁਹਾਨੂੰ ਲੱਗਦਾ ਕਿ ਸਿਰਫ ਇੰਟਰਸਟ ਰੇਟ ਦੇ ਕਰਕੇ ਕੁਝ ਇਹ ਜ਼ਿਆਦਾ ਲੋਐਸਟ ਇਸ ਵਕਤ ਦੇਖਣ ਨੂੰ ਮਿਲ ਰਿਹਾ ਇਸ ਵਕਤ ਫੇਸ? ਨਹੀਂ, ਡੈਫੀਨੇਟਲੀ ਜੀ, ਕਿਉਂਕਿ ਕੈਨੇਡਾ ਦੀ ਮੌਸਮ ਕਹਿ ਲਓ ਇਸ ਤਰ੍ਹਾਂ ਦਾ ਹੈਗਾ ਕਿ ਜ਼ਿਆਦਾ ਜਿਹੜੀ ਐਕਟੀਵਿਟੀ ਹੈ ਉਹ ਜੂਨ ਜੁਲਾਈ ਅਗਸਤ ਦੇ ਵਿੱਚ ਮੈਕਸਿਮਮ ਹੁੰਦੀ ਹੈ। ਉਹਦਾ ਰੀਜ਼ਨ ਇੱਕ ਤਾਂ ਵੈਦਰ ਹੈਗਾ ਆ ਜੀ, ਐਕਸਟ੍ਰੀਮ ਵੈਦਰ ਦੇ ਵਿੱਚ ਕੋਈ ਵੀ ਮੂਵ ਕਰਨਾ ਨਹੀਂ ਚਾਹੁੰਦਾ। ਸਨੋ ਦੇ ਵਿੱਚ ਸਲਿਪ ਐਂਡ ਫਾਲ ਹੋਣ ਦੇ ਚਾਂਸਸ ਹੁੰਦੇ ਆ, ਠੰਡ ਦੇ ਵਿੱਚ ਕੋਈ ਮੂਵ ਨਹੀਂ ਕਰਨਾ ਚਾਹੁੰਦਾ। ਦੂਸਰਾ ਵੱਡਾ ਰੀਜ਼ਨ ਇਹ ਹੈ ਕਿ ਸਪਟੈਂਬਰ ਦੇ ਵਿੱਚ ਸਕੂਲ ਸ਼ੁਰੂ ਹੁੰਦੇ ਨੇ ਬੱਚਿਆਂ ਦੇ। ਸੋ ਜਿਹੜੇ ਘਰ ਮਈ ਜੂਨ ਜੁਲਾਈ ਈਵਨ ਅਗਸਤ ਦੇ ਵਿੱਚ ਵੀ ਕਈ ਸ਼ਾਰਟ ਕਲੋਜ਼ਿੰਗ ਦੇ ਨਾਲ ਲੋਕ ਇਹ ਚਾਹੁੰਦੇ ਹੁੰਦੇ ਆ ਕਿ ਅਸੀਂ ਸਮਰ ਦੇ ਵਿੱਚ ਮੂਵ ਹੋ ਜਾਈਏ, ਬੱਚਿਆਂ ਨੇ ਜਿਹੜੇ ਸਕੂਲ ਦੇ ਵਿੱਚ ਜਾਣਾ ਉਹ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਉਸ ਏਰੀਆ ਦੇ ਵਿੱਚ ਸੈਟਲ ਹੋ ਜਾਈਏ। ਸੋ ਮੈਕਸਿਮਮ ਐਕਟੀਵਿਟੀ ਜਿਹੜੀ ਆ ਉਹ ਇਹਨਾਂ ਮਹੀਨਿਆਂ ਦੇ ਵਿੱਚ ਹੀ ਹੁੰਦੀ ਹੈ। ਹਿਸਟੋਰੀਕਲੀ ਬਹੁਤ ਜ਼ਿਆਦਾ ਫਰਕ ਹੁੰਦਾ ਵਿੰਟਰ ਔਰ ਸਮਰ ਦੀਆਂ ਸੇਲਸ ਦੇ ਵਿੱਚ, ਨੰਬਰ ਆਫ ਸੇਲਸ ਦੇ ਵਿੱਚ। ਲੇਕਿਨ ਇਸ ਵਾਰ ਜਿਸ ਹਿਸਾਬ ਨਾਲ ਸੇਲਸ ਹੋਣੀਆਂ ਚਾਹੀਦੀਆਂ ਸੀ ਉਸ ਤੋਂ ਕਾਫੀ ਨੀਚੇ ਆ ਨੰਬਰ। ਜਿਵੇਂ ਤੁਸੀਂ ਸਰ ਗੱਲ ਕੀਤੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜਾ ਇਹ ਇਸ ਵਕਤ ਚੇਂਜਸ ਦੇਖਣ ਨੂੰ ਮਿਲੇ ਨੇ, ਸਭ ਤੋਂ ਵੱਡੀ ਗੱਲ ਹੈ ਕਿ ਇਨਫਲੇਸ਼ਨ ਦੇ ਕਰਕੇ ਜਿਹੜਾ ਹੈ ਰੀਅਲ ਸਟੇਟ ਮਾਰਕੀਟ ਵੀ ਸਭ ਤੋਂ ਜ਼ਿਆਦਾ ਹਿੱਟ ਹੋਈ ਹੈ। ਤੇ ਇਹਦਾ ਜੇ ਅਸੀਂ ਅਸਰ ਦੇਖੀਏ ਤਾਂ ਕਿਹਾ ਜਾ ਰਿਹਾ ਸੀ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਰੇਟ ਆਫ ਇੰਟਰਸਟ ਲਗਾਤਾਰ ਪਿਛਲੇ ਕੁਝ ਮਹੀਨਿਆਂ ਤੋਂ ਜਾਂ ਸਾਲ ਤੋਂ ਹੀ ਲਗਭਗ ਵਧਾਇਆ ਜਾ ਰਿਹਾ ਸੀ। ਸੋ ਹੁਣ ਕੀ ਕਾਬੂ ਦੇ ਵਿੱਚ ਆ ਗਈ ਹੈ? ਤੇ ਜੇ ਆ ਗਈ ਹੈ, ਆਉਣ ਵਾਲੇ ਸਮੇਂ 'ਚ ਕੀ ਐਕਸਪੈਕਟ ਕਰਦੀ ਆ ਰੀਅਲ ਸਟੇਟ ਮਾਰਕੀਟ ਤੇ ਕੀ ਅਸਰ ਹੋਏਗਾ?
ਜੀ ਜੇ ਮੈਂ ਇਨਫਲੇਸ਼ਨ ਦੀ ਗੱਲ ਕਰਾਂ, ਇਨਫਲੇਸ਼ਨ ਤਾਂ ਦੇਖੋ ਇੱਕ ਥੱਲੇ ਲੈ ਆਏ ਨੇ। ਇੰਟਰਸਟ ਰੇਟ ਜਿੱਦਾਂ ਦਾ ਟਾਰਗੇਟ ਸੀਗਾ 2% ਦਾ, ਇਹ ਟਾਰਗੇਟ ਕਰ ਰਹੇ ਸੀ ਕਿ ਐਂਡ ਆਫ ਦਿਸ ਈਅਰ ਤੱਕ ਆਪਾਂ 2% ਦੇ ਇਨਫਲੇਸ਼ਨ ਰੇਟ ਨੂੰ ਦੇਖਾਂਗੇ। ਔਰ ਹੁਣੇ ਲੇਟੈਸਟ ਜਦੋਂ 2-3 ਦਿਨ ਪਹਿਲਾਂ ਇਹਨਾਂ ਨੇ ਜਦੋਂ ਡੇਟਾ ਕੱਢਿਆ ਹੈ, ਉਹ 2.8% ਦੀ ਇਨਫਲੇਸ਼ਨ ਆ ਗਈ ਹੈ। ਪਹਿਲਾਂ 3.4 ਤੇ ਸੀਗੀ, ਹੁਣ 2.8 ਤੇ ਆਈ ਹੈ। ਉਹਦੇ ਵਿੱਚ ਵੀ ਜੇ ਆਪਾਂ ਦੇਖੀਏ, ਜੇ ਮੇਜਰ ਕੰਟਰੀਬਿਊਟਰ ਨੇ ਉਹ ਇੰਟਰਸਟ ਰੇਟ ਤੇ ਜਾਂ ਗਰੋਸਰੀ ਹੈ। ਜਿਹੜੀ ਆਪਾਂ ਡੇ ਟੂ ਡੇ ਦੀ ਚੀਜ਼ਾਂ ਆਪਾਂ ਬਾਏ ਕਰਦੇ ਆ, ਉਹਨਾਂ ਵਿੱਚ ਕਾਫੀ ਜਿਹੜੀ ਪ੍ਰੋਡਿਊਸ ਹੈ, ਈਵਨ ਜਿਹੜਾ ਡੇਅਰੀ ਪ੍ਰੋਡਕਟਸ ਨੇ, ਉਹਨਾਂ ਵਿੱਚ ਕਾਫੀ ਪ੍ਰਾਈਸ ਅਪ ਗਏ ਨੇ ਵਿਦਿਨ ਈਅਰ ਵੀ ਆਪਾਂ ਗੱਲ ਕਰੀਏ। ਹੁਣ ਉਹਨਾਂ ਵਿੱਚ ਕਾਫੀ ਉਹਨਾਂ ਨੇ ਬਾਈਫਰਗੇਟ ਕੀਤੇ ਨੇ। ਮੇਜਰ ਕੰਟਰੀਬਿਊਟਰ ਜਿਹੜਾ ਗਰੋਸਰੀ ਆ ਰਿਹਾ, ਆਇਲ ਪ੍ਰਾਈਸ ਵੀ ਕੁਝ ਹੱਦ ਤੱਕ ਸੇਮ ਚੱਲ ਰਹੇ ਨੇ, ਕੁਝ ਜ਼ਿਆਦਾ ਉਹ ਚ ਵਧਿਆ ਨਹੀਂਗਾ ਪ੍ਰਾਈਸ, ਨਾ ਘਟਿਆ ਨਾ ਵਧਿਆ। ਬਟ ਗਰੋਸਰੀ ਥੋੜਾ ਜਿਹਾ ਹੈਡਕ ਉਹਨਾਂ ਲਈ ਬਣ ਰਹੀ ਹੈ। ਰੀਅਲ ਏਸਟੇਟ ਵੀ ਕਾਫੀ ਹੱਦ ਤੱਕ ਕੰਟਰੋਲ 'ਚ ਆ ਹੁਣ, ਕਿਉਂਕਿ ਦੇਖੋ ਜੇ ਐਕਟੀਵਿਟੀ ਨਹੀਂ ਹੋ ਰਹੀ ਤਾਂ ਡੈਫੀਨਿਟਲੀ ਕੰਟਰੀਬਿਊਟ ਵੀ ਨਹੀਂ ਕਰ ਰਹੀ ਇਨਫਲੇਸ਼ਨ ਦੇ ਵਿੱਚ। ਰੀਅਲ ਏਸਟੇਟ ਮਾਰਕੀਟ ਦੇ ਉੱਤੇ ਹੁਣ ਕਿੰਨਾ ਕੁ ਇੰਪੈਕਟ ਪੈ ਰਿਹਾ? 2.8% ਤੇ ਤਾਂ ਆ ਗਈ ਹੈ। ਹੁਣੇ ਕੀ ਰੀਅਲ ਏਸਟੇਟ ਮਾਰਕੀਟ ਲਈ ਕੋਈ ਪੋਜ਼ਿਟਿਵ ਨਿਊਜ਼ ਲੈ ਕੇ ਆਏਗੀ, ਜਾਂ ਤੁਹਾਨੂੰ ਲੱਗਦਾ ਕਿ ਹਜੇ ਹਾਲਾਤ ਇਦਾਂ ਹੀ ਰਹਿਣਗੇ? ਦੇਖੋ ਹਜੇ ਪੋਜ਼ਿਟਿਵ ਨਿਊਜ਼ ਇੱਕਦਮ ਤਾਂ ਨਹੀਂ ਹੋਏਗੀ ਇਹਦੇ ਲਈ, ਬਟ ਹਾਂਜੀ 5-6 ਮਹੀਨੇ ਤੱਕ ਤੁਸੀਂ ਇਹ ਪੋਜ਼ਿਟਿਵ ਤਾਂ ਦੇਖੋ, ਕਿਉਂਕਿ ਇੰਟਰਸਟ ਰੇਟ ਡੈਫੀਨਿਟਲੀ ਲੇਟਰ ਔਨ ਨੀਚੇ ਹੀ ਆਏਗਾ। ਬਟ ਉਹ ਲੈਵਲ ਆਪਾਂ ਨੂੰ ਪੈਂਡੈਮਿਕ ਵਾਲੇ ਤਾਂ ਨਹੀਂ ਦੇਖਣ ਨੂੰ ਮਿਲਣਗੇ, ਜਿਹੜੇ 1.5-2% ਦੇ ਆਪਾਂ ਆਦੀ ਹੋ ਗਏ ਸੀਗੇ। ਸਾਰੇ ਬੰਦੇ ਸੋਰੇ 1.5-2% ਹੀ ਰਹਿਣਾ। ਬਟ ਯੂਜੂਅਲੀ ਜਿਹੜਾ ਕੈਨੇਡਾ ਇੰਟਰਸਟ ਰੇਟ, ਜਦੋਂ ਮੈਂ ਵੀ ਕੈਨੇਡਾ ਆਇਆ ਤੇ ਮੈਂ 3.5% ਦੇ ਮੌਰਗੇਜ ਲਿੱਤੀ ਸੀ ਇੱਥੇ, ਤੇ ਮੈਨੂੰ ਲੱਗਦਾ 4-5% ਦੀ ਲੋਕਾਂ ਨੂੰ ਆਦਤ ਪਾਣੀ ਪੈਣੀ ਹੈ ਆਪਣੀ, ਘੱਟੋ ਘੱਟ 4 ਤੋਂ 5%। ਬਿਲਕੁਲ, ਇਹ ਇੱਕ ਨਾਰਮਲ ਹੈਲਦੀ ਮਾਰਕੀਟ ਦੇ ਵਾਸਤੇ ਇਹ ਜ਼ਰੂਰੀ ਵੀ ਹੈਗਾ ਆ। ਅਸੀਂ ਜਿਹੜੀ ਅੱਜ ਪ੍ਰੋਬਲਮ ਚੋਂ ਗੁਜ਼ਰ ਰਹੇ ਹਾਂ, ਉਹਦਾ ਮੇਨ ਕੰਟਰੀਬਿਊਟਰ ਹੀ ਇੰਟਰਸਟ ਰੇਟ ਹੈਗਾ, ਕਿਉਂਕਿ ਅਸੀਂ ਪਹਿਲਾਂ ਤਾਂ ਮਤਲਬ ਬਿਲਕੁਲ ਹੀ ਇੰਟਰਸਟ ਰੇਟ ਨੂੰ ਥੱਲੇ ਸੁੱਟ ਕੇ ਅਸੀਂ ਮਾਰਕੀਟ ਨੂੰ ਇੰਨੀ ਜ਼ਿਆਦਾ ਹੌਟ ਕਰ ਦਿੱਤਾ। ਹੁਣ ਅਸੀਂ ਇੰਟਰਸਟ ਰੇਟ ਨੂੰ ਉਸ ਲੈਵਲ ਤੇ ਲੈ ਗਏ ਆ ਜਿੱਥੇ ਇੱਕ ਤਰ੍ਹਾਂ ਨਾਲ ਅਸੀਂ ਕਹਿ ਰਹੇ ਕਿ ਆਮ ਪਬਲਿਕ ਦਾ ਗਲਾ ਘੁੱਟ ਰਹੇ ਆ। ਸੋ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਮਤਲਬ ਕਹਿ ਲਓ ਪਬਲਿਕ ਫਰੈਂਡਲੀ ਨਹੀਂ ਹੈਗੀਆਂ। ਉਹਦੇ ਕਰਕੇ ਆਪਾਂ ਇਹ ਸਾਰੀ ਜਿਹੜੀ ਮੁਸ਼ਕਲ ਦੌਰ ਹੈ ਉਹਦੇ ਵਿੱਚੋਂ ਗੁਜ਼ਰ ਰਹੇ ਹਾਂ। ਚਾਹੀਦਾ ਤਾਂ ਇਹ ਸੀਗਾ ਕਿ ਜਦੋਂ ਇੰਡੀਕੇਸ਼ਨ ਮਾਰਕੀਟ ਦੇ ਹੋ ਰਹੇ ਸੀਗੇ ਕਿ ਮਾਰਕੀਟ ਕੰਟਰੋਲ ਤੋਂ ਬਾਹਰ ਹੋ ਰਹੀ ਹੈ, ਉਦੋਂ ਹੀ ਥੋੜਾ ਇੰਟਰਸਟ ਰੇਟ ਜਿਹੜਾ ਉਹ ਵਧਾਉਣਾ ਚਾਹੀਦਾ ਸੀਗਾ। ਲੇਕਿਨ ਉਹਨਾਂ ਨੇ ਪਹਿਲਾਂ ਤਾਂ ਬਿਲਕੁਲ ਹੀ ਛੋਟ ਦੇ ਰੱਖੀ। ਹੁਣ ਉਹ ਚਾਹੁੰਦੇ ਨੇ ਕਿ ਇਸ ਜਿਹੜੀ ਐਡੀ ਵੱਡੀ ਪ੍ਰੋਬਲਮ ਹੈ ਉਹਨੂੰ ਥੋੜੇ ਜਿਹੇ ਟਾਈਮ ਦੇ ਵਿੱਚ ਵਾਪਸ ਫਿਕਸ ਕਰ ਲਿਆ ਜਾਵੇ, ਜਿਹੜਾ ਕਿ ਪੋਸੀਬਲ ਨਹੀਂ ਹੋਏਗਾ। ਆਪਾਂ ਇਹ ਗੱਲ ਅਕਸਰ ਵੀ ਡਿਸਕਸ਼ਨ ਕੀਤੀ ਹੈ, ਤੇ ਮੈਂ ਇੱਕ ਵਾਰੀ ਫਿਰ ਕਰਾਂ, ਕਿਉਂਕਿ ਪਰਸੋਂ ਸਾਡੀ ਐਥਨਿਕ ਮੀਡੀਆ ਦੀ ਮੁਲਾਕਾਤ ਮਿਸਟਰ ਪੀਅਰ ਪੋਲਿਪ ਨਾਲ ਹੋਈ ਸੀ, ਲੀਡਰ ਆਫ ਆਪੋਜੀਸ਼ਨ। ਉਹ ਵੀ ਇਹੀ ਬਾਰ-ਬਾਰ ਗੱਲ ਕਰ ਰਹੇ ਨੇ ਕਿ ਵੀ ਜਿਸ ਤਰੀਕੇ ਨਾਲ ਹਾਊਸਿੰਗ ਕ੍ਰਾਈਸਿਸ ਵਧੇ ਹੋਇਆ, ਤੁਸੀਂ ਇਹ ਦੇਖੋ ਕਿ ਨਾਇਗਰਾ ਫਾਲ ਦੀ ਇੱਕ ਸਾਈਡ ਦੇ ਉੱਤੇ ਪ੍ਰਾਈਸਿਸ ਕੀ ਨੇ ਐਂਡ ਦੂਜੀ ਸਾਈਡ ਦੇ ਉੱਤੇ ਪ੍ਰਾਈਸਿਸ ਇਸ ਵਕਤ ਕੀ ਹੈ ਨੇ, ਜਦ ਕਿ ਕੈਨੇਡਾ ਕੋਲ ਇੰਨਾ ਲੈਂਡ ਹੈਗਾ, ਫੈਡਰਲ ਲੈਂਡ ਓਪਰਚੁਨਿਟੀ। ਸਭ ਤੋਂ ਵੱਡੀ ਗੱਲ ਹੈ ਕਿ ਵੇਟ ਬਹੁਤ ਜ਼ਿਆਦਾ ਇਸ ਵਕਤ ਟਾਈਮ ਹੈਗੇ। ਜੇ ਕੋਈ ਬਿਲਡਰ ਕੋਈ ਪਰਮਿਟ ਲੈਣਾ ਚਾਹੁੰਦਾ ਆ ਤਾਂ ਬਹੁਤ ਲੰਬੀਆਂ ਲਾਈਨਸ ਵਿੱਚੋਂ ਲੰਘਣਾ ਪੈਂਦਾ ਹੈ। ਤੇ ਜਿਹੜਾ ਇਹ 1 ਮਿਲੀਅਨ ਘਰ ਬਣਾਉਣ ਦੀ ਗੱਲ ਕਰਦੇ ਪਿਆ, ਕਦੋਂ ਤੱਕ ਟੀਚਾ ਜਾ ਕੇ ਇਹ ਪੂਰਾ ਹੋਏਗਾ? ਦੇਖੋ ਜੀ, ਜਿਸ ਹਿਸਾਬ ਨਾਲ ਇੱਕ ਪਹਿਲੇ ਪ੍ਰੋਗਰਾਮ 'ਚ ਵੀ, ਪਿਛਲੇ ਇੱਕ ਪ੍ਰੋਗਰਾਮ 'ਚ ਅਸੀਂ ਇਹ ਗੱਲ ਸ਼ੇਅਰ ਕੀਤੀ ਸੀਗੀ ਕਿ ਸਾਡੀ ਇੱਕ ਬਿਲਡਰ ਨਾਲ ਮੁਲਾਕਾਤ ਹੋਈ। ਉਹਨਾਂ ਨੇ ਇੱਕ ਪੀਸ ਆਫ ਲੈਂਡ ਡਿਵੈਲਪਮੈਂਟ ਵਾਸਤੇ ਬਾਏ ਕੀਤਾ ਸੀਗਾ। ਉਹਨਾਂ ਨੂੰ 10 ਸਾਲ ਲੱਗ ਗਏ ਆ ਤੇ ਹਜੇ ਹੁਣ ਜਾ ਕੇ ਉਹਨਾਂ ਦੀ ਜਿਹੜੀ ਹੈ ਕੰਸਟਰਕਸ਼ਨ ਉੱਥੇ ਸ਼ੁਰੂ ਹੋਈ ਹੈ। ਸੋ ਜੇ ਮਤਲਬ ਇਸ ਸਪੀਡ ਦੇ ਨਾਲ ਹੀ ਚੱਲਦਾ ਰਿਹਾ ਤੇ ਮੈਨੂੰ ਲੱਗਦਾ ਨਹੀਂ ਕਿ ਜਿਹੜੇ ਟੀਚੇ ਗਵਰਨਮੈਂਟ ਨੇ ਰੱਖੇ ਨੇ ਉਹ ਆਪਾਂ ਅਚੀਵ ਕਰ ਸਕਾਂਗੇ। ਹਾਂਜੀ, ਉਹਦਾ ਜਿਹੜਾ ਇਫੈਕਟ ਇਹ ਹੈਗਾ ਕਿ ਛੋਟੀਆਂ ਯੂਨਿਟਸ, ਹੁਣ ਜੇ ਉਹਨਾਂ ਨੇ ਮਤਲਬ ਸਿਰਫ ਖਾਨਾ ਪੂਰਤੀ ਹੀ ਕਰਨੀ ਹੈ ਕਿ 1 ਬੈਡਰੂਮ ਜਾਂ 2 ਬੈਡਰੂਮ ਦੇ ਕੌਂਡੋਜ਼ ਬਣਾ ਦਿਓ, ਉਹ ਸ਼ਾਇਦ ਗਿਣਤੀ ਪੂਰੀ ਕਰ ਸਕਣ, ਪਰ ਗਿਣਤੀ ਪੂਰੀ ਹੋਣ ਨਾਲ ਕੀ ਲੋੜ ਵੀ ਪੂਰੀ ਹੋਏਗੀ ਜਿਹੜੀ ਕਿ ਅਸਲ 'ਚ ਸਾਨੂੰ ਜ਼ਰੂਰਤ ਹੈ ਘਰਾਂ ਦੀ, ਔਰ ਜਿਹੜੇ ਆਪਣੇ ਅਪਾਰਟਮੈਂਟਸ ਨੇ ਉਹਨਾਂ ਦੀ ਮਤਲਬ ਉਹਦੇ 'ਚ ਇੱਕ ਸਰਟਨ ਨੰਬਰ ਹੀ ਜਿਹੜਾ ਹੈ ਉਹ ਆ ਸਕਦਾ ਆ। ਪੂਰੀ ਪਾਪੂਲੇਸ਼ਨ ਵਾਸਤੇ ਜਿਨ੍ਹਾਂ ਨੂੰ ਘਰਾਂ ਦੀ ਸਖਤ ਲੋੜ ਆ ਉਹ ਸਾਰੇ ਉਹਨਾਂ ਦੇ ਵਿੱਚ ਨਹੀਂ ਸਮਾ ਸਕਦੇ। ਦੀਪਕ ਜੀ, ਕਾਸਟ ਆਫ ਪ੍ਰੋਡਕਸ਼ਨ ਜਿਹੜੀ ਆ ਅਜੇ ਤੱਕ ਘਟੀ ਨਹੀਂ ਹੈਗੀ। ਇਨਫੈਕਟ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਵੀ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਉੱਤੇ ਵੀ ਕੋਈ ਅਸਰ ਪਏਗਾ, ਪਰ ਹਰੇਕ ਬਿਲਡਰ ਦੀ ਜੇ ਕਾਸਟ ਆਫ ਪ੍ਰੋਡਕਸ਼ਨ ਹੀ ਨਹੀਂ ਨਿਕਲ ਪਾ ਰਹੀ ਤਾਂ ਉਹ ਪ੍ਰੋਜੈਕਟ ਅੱਗੇ ਕੀ ਉਸ ਚੀਜ਼ ਨੂੰ ਅੱਗੇ ਕੰਪਲੀਟ ਕਰਨਗੇ। ਸੋ
ਕੁਝ ਲੱਗ ਰਿਹਾ ਵਾ ਕੋਈ ਚੀਜ਼ ਹਾਲਾਤ ਜਾਂ ਕੁਝ ਇਹ ਜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਾਸਟ ਆਫ ਪ੍ਰੋਡਕਸ਼ਨ ਘਟਦੀ ਆ ਤਾਂ ਘਰਾਂ ਦੇ ਵੀ ਕੁਝ ਐਵਰੇਜ ਪ੍ਰਾਈਸਿਸ ਦੇਖਣ ਨੂੰ ਮਿਲਣਗੇ? ਦੇਖੋ ਕਾਸਟ ਆਫ ਕੰਸਟਰਕਸ਼ਨ ਇੱਕੋ ਤਰੀਕੇ ਨਾਲ ਘਟ ਸਕਦੀ ਹੈ, ਜਿਹੜੀ ਤਾਂ ਕਾਸਟ ਅੱਜ ਦੀ ਲੇਬਰ ਦੀ ਕਾਸਟ ਉਹ ਤਾਂ ਰਹਿਣੀ ਹੈ, ਬਟ ਜਿਹੜਾ ਪ੍ਰੋਸੈਸ ਹੈ ਨਾ ਉਹ ਬਹੁਤ ਲੈਂਥੀ ਹੈ, ਕਿਉਂਕਿ ਇੱਥੇ ਜਿਹੜਾ ਇੱਕ ਲੈਂਡ ਨੂੰ ਜਦੋਂ ਡਿਵੈਲਪ ਕੀਤਾ ਜਾਂਦਾ ਉਹ 500 ਲੈ ਕੇ 10 ਸਾਲ ਦੇ ਵਿੱਚ ਜਾ ਕੇ ਉਹਨੂੰ ਟਾਈਮ ਲੱਗਦਾ, ਉਹ ਲੈਂਡ ਉਹਨੂੰ ਹੋਲਡ ਕਰਨੀ ਪੈਂਦੀ ਹੈ। ਓਕੇ, ਉਹ ਲੈਂਡ ਜਿਹੜੀ ਹੋਲਡ ਕਰਕੇ ਉਹ ਬਾਏ ਕਰਦਾ ਆ, ਉਹ ਪ੍ਰਾਈਸ ਦਾ ਬੇਸਿਕਲੀ ਜੋ ਇੰਟਰਸਟ ਪੇ ਕਰਦਾ ਉਹ ਐਂਡ ਆਫ ਦਾ ਡੇ ਉਹ ਬਾਇਰ ਪੇ ਕਰਦਾ ਹੈ। ਜੇ ਉਹ ਪ੍ਰੋਸੈਸ ਨੂੰ ਥੋੜਾ ਜਿਹਾ ਈਜ਼ ਆਊਟ ਕੀਤਾ ਜਾਵੇ, 1 ਸਾਲ 2 ਸਾਲ ਦੇ ਅੰਦਰ ਉਹਨੂੰ ਪਰਮਿਟਸ ਦਿੱਤੇ ਜਾਣ, ਤਾਂ ਉਹ ਚੀਜ਼ਾਂ ਦੀ ਕਾਸਟ ਥੱਲੇ ਆ ਸਕਦੀ, ਅਦਰਵਾਈਜ਼ ਉਹ ਕਾਸਟ ਥੱਲੇ ਲੈਣਾ ਬਹੁਤ ਡਿਫਿਕਲਟ ਹੋਊਗਾ। ਅੱਜ ਦੀ ਡੇਟ 'ਚ ਤੁਸੀਂ ਦੇਖੋ ਬਿਲਡਰ ਦੀ ਜਿਹੜੀ ਮਿਨੀਮਮ ਕਾਸਟ ਹੈ, ਉਹ ਜੋ ਪ੍ਰਾਈਸ ਅੱਜ ਦੀ ਡੇਟ 'ਚ ਰੀਸੇਲ 'ਚ ਵਿਕ ਰਿਹਾ, ਬਿਲਡਰ ਉਸ ਪ੍ਰਾਈਸ 'ਚ ਵੇਚ ਨਹੀਂ ਸਕਦਾ। ਮੋਸਟਲੀ ਬਿਲਡਰ ਜਿਹੜੇ ਨੇ ਉਹ ਆਪਣੇ ਪ੍ਰੋਜੈਕਟ ਹੀ ਹੋਲਡ ਤੇ ਪਾਤੇ, ਕਿਉਂਕਿ ਉਹਨਾਂ ਨੇ ਲੈਂਡ ਜਿਹੜੀ ਬਾਈ ਕੀਤੀ ਉਹ ਅੱਜ ਤਾਂ ਬਾਈ ਨਹੀਂ ਕੀਤੀ, 20-20 ਸਾਲ ਦੀਆਂ ਲੈਂਡਸ ਬਾਈ ਕੀਤੀਆਂ, ਉਹ 2 ਸਾਲ ਹੋਰ ਹੋਲਡ ਕਰ ਲੈਣਗੇ। ਉਹਨਾਂ ਨੇ ਪ੍ਰਾਈਸ ਬਟ ਉਹੀ ਵੇਚਣਾ ਜਦੋਂ ਉਹਨਾਂ ਨੂੰ ਲੱਗੇਗਾ ਕਿ ਸਾਨੂੰ ਇਹ 'ਚ ਪ੍ਰੋਫਿਟ ਬਣ ਸਕਦਾ ਹੈ। ਇਸ ਵਕਤ ਜਿਹੜੇ ਪ੍ਰੋਜੈਕਟਸ ਆਏ ਹੋਏ ਨੇ ਉਹਨਾਂ ਦੇ ਵਿੱਚ ਕੀ ਜੇ ਕੋਈ ਲੈਣਾ ਚਾਹੁੰਦਾ ਆ ਇਸ ਚੀਜ਼ ਦਾ ਪ੍ਰੀ ਕੰਸਟਰਕਸ਼ਨ ਦਾ ਜਾਂ ਕੋਈ ਫਾਇਦਾ ਚੱਕਣਾ ਚਾਹੁੰਦਾ ਆ, ਕੀ ਕੋਈ ਡੀਲਸ ਇਸ ਵਕਤ ਮਿਲ ਰਹੀਆਂ ਨੇ ਜਾਂ ਕੋਈ ਇਹ ਜੀ ਪ੍ਰਾਪਰਟੀ ਹੈਗੀਆਂ ਨੇ ਜਿਨ੍ਹਾਂ ਦੇ ਉੱਤੇ ਇਸ ਵਕਤ ਜੇ ਕੋਈ ਬਾਏ ਕਰਨਾ ਚਾਹੁੰਦਾ ਇਹਦਾ ਫਾਇਦਾ ਚੱਕ ਸਕਦੇ ਨੇ? ਬਿਲਕੁਲ ਜੀ, ਜਿਹੜੇ ਬਿਲਡਰ ਨੇ, ਕਿਉਂਕਿ ਦੇਖੋ ਇਹ ਜਿਵੇਂ ਕਿਹਾ ਕਿ ਲੈਂਡ ਉਹਨਾਂ ਨੇ ਕਾਫੀ ਦੇਰ ਪਹਿਲਾਂ ਬਾਏ ਕੀਤੀ ਹੁੰਦੀ ਹੈ, ਲੈਂਡ ਬੈਂਕਿੰਗ ਕੀਤੀ ਹੁੰਦੀ ਹੈ। ਕਈ ਬਿਲਡਰ ਇਹੋ ਜਿਹੇ ਨੇ ਜਿਨ੍ਹਾਂ ਨੇ ਲੈਂਡ ਬਹੁਤ ਸਸਤੀ ਖਰੀਦੀ ਸੀਗੀ, ਉਹ ਹੁਣ ਉਸ ਨੂੰ ਡਿਵੈਲਪੇਬਲ ਸਟੇਜ ਤੇ ਲਿਆ ਕੇ ਕੰਸਟਰਕਸ਼ਨ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ, ਜਾਂ ਮਤਲਬ ਨੀਅਰ ਫਿਊਚਰ ਦੇ ਵਿੱਚ ਸ਼ੁਰੂ ਹੋਣ ਵਾਲੀ ਹੈ। ਸੋ ਉਹਨਾਂ ਨੇ ਕਿਉਂਕਿ ਜੇ ਉਹ ਪ੍ਰੋਡਕਟ ਵੇਚਦੇ ਨਹੀਂ ਤੇ ਉਹਨਾਂ ਨੂੰ ਪ੍ਰੋਫਿਟ ਨਹੀਂ ਮਿਲਦਾ, ਉਹਨਾਂ ਦੇ ਪੈਸੇ ਵੀ ਨਹੀਂ ਪੂਰੇ ਹੁੰਦੇ। ਸੋ ਬਿਲਡਰ ਦੇ ਉੱਤੇ ਵੀ ਇਹ ਪ੍ਰੈਸ਼ਰ ਹੈ ਕਿ ਉਹਨਾਂ ਨੇ ਪ੍ਰੋਡਕਟ ਵੇਚਣਾ ਆ। ਸੋ ਪ੍ਰੋਡਕਟ ਵੇਚਣ ਲਈ ਡੈਫੀਨਿਟਲੀ ਉਹਨਾਂ ਨੂੰ ਆਪਣੀਆਂ ਪ੍ਰਾਈਸਸ ਨੂੰ ਜਿਹੜਾ ਬਹੁਤ ਕੰਪੀਟੀਟਿਵ ਰੱਖਣਾ ਪਏਗਾ। ਪ੍ਰਾਈਸਸ ਕੰਪੀਟੀਟਿਵ ਤੇ ਹੈ ਹੀ ਨੇ, ਉਹਦੇ ਨਾਲ ਬਿਲਡਰ ਇਨਸੈਂਟਿਵ ਬਹੁਤ ਦੇ ਰਹੇ ਨੇ, ਜਿਹੜੇ ਕਿ ਬਾਇਰਸ ਵਾਸਤੇ ਕਾਫੀ ਜਿਹੜਾ ਪ੍ਰੋਸੈਸ ਨੂੰ ਸੌਖਾ ਕਰ ਰਹੇ ਨੇ। ਮਸਲਨ ਐਕਸਟੈਂਡਡ ਡਿਪੋਜ਼ਿਟ ਸਟਰਕਚਰ, ਕਿ ਤੁਹਾਨੂੰ ਇੱਕਦਮ ਸਾਰੇ ਪੈਸੇ ਨਹੀਂ ਦੇਣੇ ਪੈਣਗੇ ਡਿਪੋਜ਼ਿਟ ਦੇ, ਉਹ ਡਿਪੈਂਡਿੰਗ ਔਨ ਦਾ ਪ੍ਰੋਜੈਕਟ, ਜੇ ਤੁਸੀਂ ਕਿਸੇ ਕੌਂਡੋ ਪ੍ਰੋਜੈਕਟ ਦੇ ਵਿੱਚ 3-3 ਸਾਲ ਦੀਆਂ ਪੇਮੈਂਟ ਪਲਾਨਸ ਵੀ ਹੈਗੀਆਂ ਨੇ। ਕਈ ਬਿਲਡਰਸ ਨੇ ਮੰਥਲੀ ਪੇਮੈਂਟ ਪਲਾਨਸ ਤੁਹਾਡੀ ਛੋਟੀ ਜਿਹੀ ਕਿਸ਼ਤ ਰੱਖ ਕੇ ਕਰ ਦਿੱਤੇ ਨੇ। ਬਿਲਡਰਸ ਜਿਹੜੇ ਨੇ ਅਪਗ੍ਰੇਡਸ ਬਹੁਤ ਦੇ ਰਹੇ ਨੇ ਘਰਾਂ ਦੇ ਵਿੱਚ, ਜਿਹੜੇ ਨੇ ਬਿਲਡਰਸ, ਕਈ ਬਿਲਡਰਸ ਜਿਹੜੇ ਨੇ ਤੁਹਾਨੂੰ 6 ਮਹੀਨੇ ਜਾਂ ਸਾਲ ਦੀ ਮੌਰਗੇਜ ਫ੍ਰੀ ਦੇ ਰਹੇ ਨੇ, ਕੋਈ ਤੁਸੀਂ ਮੌਰਗੇਜ ਨਹੀਂ ਪੇ ਕਰਨੀ ਹੈਗੀ। ਕਈ ਬਿਲਡਰਸ ਜਿਹੜੇ ਨੇ ਤੁਹਾਨੂੰ 2 ਸਾਲ ਦੀ ਮੇਨਟੇਨੈਂਸ ਫੀ ਫ੍ਰੀ ਦੇ ਰਹੇ ਨੇ। ਇਸ ਤਰ੍ਹਾਂ ਜਿਹੜੀਆਂ ਨੇ ਕਾਫੀ ਸਾਰੀਆਂ ਸਹੂਲਤਾਂ ਕਹਿ ਲਓ ਜਿਹੜੀਆਂ ਬਾਇਰਸ ਵਾਸਤੇ ਉਹ ਬਿਲਡਰਸ ਜਿਹੜੇ ਨੇ ਉਹ ਦੇ ਰਹੇ ਨੇ। ਪਰ ਇਸ ਚੀਜ਼ ਨੇ ਪ੍ਰੀ ਜਿਹੜੇ ਇਸ ਵਕਤ ਕੰਸਟਰਕਸ਼ਨ ਹੋਮਸ ਨੇ ਉਹਨਾਂ ਦੇ ਵੱਲ ਲੋਕਾਂ ਦਾ ਧਿਆਨ ਕਾਫੀ ਜ਼ਿਆਦਾ ਜਿਹੜਾ ਆਕਰਸ਼ਿਤ ਕੀਤਾ ਹੈ, ਤੇ ਉਧਰ ਵੱਲ ਲੋਕਾਂ ਦਾ ਹੁਣ ਧਿਆਨ ਜ਼ਿਆਦਾ ਵੱਧ ਰਿਹਾ ਉਧਰ ਪ੍ਰਾਪਰਟੀਆਂ ਜਿਹੜੀਆਂ ਔਨ ਕਰਨ ਲਈ। ਉਹਦਾ ਦੇਖੋ ਵੱਡਾ ਸਭ ਤੋਂ ਵੱਡਾ ਰੀਜ਼ਨ ਹੈਗਾ ਕਿ ਲੋਕਾਂ ਨੂੰ ਲੱਗ ਰਿਹਾ ਕਿ ਮੈਨੂੰ ਮੌਰਗੇਜ ਅੱਜ ਕਮਿਟ ਨਹੀਂ ਕਰਨੀ ਪੈਣੀ। ਠੀਕ ਹੈ, ਬੇਸਿਕਲੀ ਲੋਕਾਂ ਨੂੰ ਥੋੜਾ ਜਿਹਾ ਡਰ ਇਹ ਪੈ ਗਿਆ ਕਿ ਮੈਂ ਅੱਜ ਦੀ ਰੇਟ 'ਚ 7% ਇੰਟਰਸਟ ਤੇ ਜੇ ਮੌਰਗੇਜ ਲੈਣਾ ਤੇ ਮੈਨੂੰ ਕਮੋਡੇਟ ਨਹੀਂ ਕਰ ਸਕਦਾ, ਮੈਨੂੰ ਪੇ ਆਫ ਨਹੀਂ ਕਰ ਸਕਦਾ। ਉਹ ਇਸ ਕਰਕੇ ਪ੍ਰੀ ਕੌਨ ਦੇ ਵਿੱਚ ਉਹ ਕੀ ਹੁੰਦਾ, ਕਈ ਪ੍ਰੋਜੈਕਟ ਜਿਹੜੇ 2-3 ਸਾਲ 4 ਸਾਲ ਤੱਕ ਦੀ ਕਲੋਜ਼ਿੰਗ ਮਿਲ ਰਹੀ ਹੈ। ਅੱਗੇ ਲੋ ਰਾਈਜ਼ ਕਦੀ ਆਪਾਂ ਸੁਣਿਆ ਨਹੀਂ ਸੀ, ਕੋਈ 1.5 ਸਾਲ ਤੋਂ ਉੱਪਰ ਆਪਾਂ ਨੂੰ ਕੋਈ ਟਾਊਨ ਹਾਊਸ ਮਿਲ ਜੇ ਕਲੋਜ਼ਿੰਗ ਦਾ। ਅੱਜ ਡੇਟ 'ਚ 25 ਦੀ ਕਲੋਜ਼ਿੰਗ, 26 ਦੀ ਕਲੋਜ਼ਿੰਗ ਵੀ ਅਵੇਲੇਬਲ ਹੈ ਮਾਰਕੀਟ ਦੇ ਵਿੱਚ। ਉਹਦੇ ਨਾਲ ਇਨਸੈਂਟਿਵ ਵੀ ਅਵੇਲੇਬਲ ਨੇ, ਔਰ ਡਿਪੋਜ਼ਿਟ ਯੂਜੂਅਲੀ ਜਿਹੜਾ 6 ਮਹੀਨੇ ਦਾ ਹੁੰਦਾ ਸੀ ਉਹ 12 ਮਹੀਨੇ ਤੱਕ ਵੀ ਹੈਗਾ। ਦੇਖੋ ਇਹਦੇ ਵਿੱਚ ਇੱਕ ਜਿਹੜਾ ਬਿਲਡਰ ਵੀ ਹੈ ਨਾ, ਉਹ ਵੀ ਚਾਹੁੰਦਾ ਨਹੀਂ ਇਹ ਪ੍ਰੋਜੈਕਟ ਬਣਾਉਣਾ, ਬਟ ਉਹ ਫਸਿਆ ਨੂੰ ਕਿਉਂ ਬਣਾ ਰਿਹਾ, ਕਈਆਂ ਕੋਲ ਆਲਰੇਡੀ ਪ੍ਰੂਵਡ ਹੈ ਪ੍ਰੋਜੈਕਟ, ਉਹਨਾਂ ਲਈ ਇਹ ਸਿਰਦਰਦੀ ਹੈ, ਉਹਨਾਂ ਨੂੰ ਬਣਾਉਣਾ ਪੈਣਾ, ਜਾਂ ਤਾਂ ਪ੍ਰੋਡਕਟ ਕੈਨਸਲ ਕਰਦਾ ਤਾਂ ਵੀ ਉਹਨੂੰ ਪੈਨਲਟੀ ਹੈ। ਉਹ ਤਾਂ ਕਰਕੇ ਉਹਨੂੰ ਕੁਝ ਪ੍ਰੋਜੈਕਟ, ਇੱਕ ਇਹ ਪ੍ਰੋਬਲਮ ਹੈ। ਦੂਜੀ ਪ੍ਰੋਬਲਮ ਇਹ ਹੈ ਕਿ ਜੇ ਉਹ ਪ੍ਰੋਜੈਕਟ ਨਹੀਂ ਬਣਾਉਂਦਾ, ਜਿਹੜੇ ਜਿੰਨੇ ਲੇਬਰਰ ਉਹਦੇ ਨਾਲ ਅਟੈਚ ਨੇ ਉਹ ਸਾਰੇ ਬਾਹਰ ਚਲ ਜਾਣਗੇ, ਕਿਉਂਕਿ ਉਹਨਾਂ ਕੋਲ ਕੰਮ ਨਹੀਂ ਮਿਲਣਾ। ਉਹ ਸਾਰੇ ਟ੍ਰੇਡਸ ਆਪਣੇ ਨਾਲ ਅਟੈਚ ਰੱਖਣ ਨੂੰ ਕੁਝ ਨਾ ਕੁਝ ਉਹ ਮਾਰਕੀਟ 'ਚ ਐਕਟੀਵਿਟੀ ਥੋੜੀ ਬਹੁਤ ਚਲਾ ਰਿਹਾ, ਬਟ ਫੁੱਲ ਫਲੈਜ ਨਹੀਂ ਚਲਾ ਰਿਹਾ। ਸਰ ਜਿਵੇਂ ਇਹਨਾਂ ਨੇ ਗੱਲ ਕੀਤੀ ਆ, ਥੋੜਾ ਜਿਹਾ ਰੈਂਟਲ ਮਾਰਕੀਟ ਵੱਲ ਵੀ ਜ਼ਰੂਰ ਜਾਵਾਂਗੇ ਆਪਾਂ, ਕਿਉਂਕਿ ਕਾਫੀ ਜ਼ਿਆਦਾ ਅਪ ਜਾ ਰਹੀ ਹੈ। ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਕੌਂਡੋਸ ਦਾ ਰੈਂਟ ਜਿਹੜਾ ਆ ਪਿਛਲੇ 2 ਸਾਲਾਂ ਦੇ ਵਿੱਚ 30% ਤੋਂ ਪਲੱਸ ਗਿਆ ਵਾ। ਬਿਲਕੁਲ ਜੀ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਗੱਲ ਡਿਮਾਂਡ ਐਂਡ ਸਪਲਾਈ ਦੀ ਆ ਜਾਂਦੀ ਹੈ। ਬਾਏ ਕਰਨ ਵਾਸਤੇ ਲੋਕਾਂ ਕੋਲ ਘਰ ਨਹੀਂ ਹੈਗੇ, ਜਾਂ ਇੰਟਰਸਟ ਰੇਟ ਜਿਹੜਾ ਉਹ ਇੰਨਾ ਵੱਧ ਚੁੱਕਿਆ ਕਿ ਉਹ ਕੁਆਲੀਫਾਈ ਨਹੀਂ ਕਰਦੇ, ਜਾਂ ਉਹਨਾਂ ਦਾ ਜਿਹੜਾ ਓਵਰਆਲ ਮੋਰਲ ਆ ਉਹ ਡਾਊਨ ਹੈਗਾ ਰੀਅਲ ਸਟੇਟ ਮਾਰਕੀਟ ਨੂੰ ਲੈ ਕੇ। ਫਿਰ ਜਿਹੜੀ ਇੱਕ ਆਪਸ਼ਨ ਬਚਦੀ ਹੈ, ਕਿਉਂਕਿ ਘਰ ਤਾਂ ਚਾਹੀਦਾ ਹੀ ਚਾਹੀਦਾ ਰਹਿਣ ਵਾਸਤੇ। ਇੱਥੋਂ ਦਾ ਵੈਦਰ ਇੰਨਾ ਐਕਸਟ੍ਰੀਮ ਹੈ ਕਿ ਆਪਾਂ ਬਿਨਾਂ ਘਰ ਤੋਂ ਰਹਿ ਨਹੀਂ ਸਕਦੇ।
ਸੋ ਫਿਰ ਲੈ ਦੇ ਕੇ ਆਪਸ਼ਨ ਜਿਹੜੀ ਆ ਉਹ ਰੈਂਟਲ ਆ ਜਾਂਦੀ ਹੈ। ਹੁਣ ਰੈਂਟਲ ਮਾਰਕੀਟ ਦੇ ਵਿੱਚ ਕੰਪੀਟੀਸ਼ਨ ਜ਼ਿਆਦਾ ਹੋਣ ਕਰਕੇ ਡੈਫੀਨਿਟਲੀ ਰੈਂਟਲ ਪ੍ਰਾਈਸਿਸ ਉੱਪਰ ਜਾਣਗੀਆਂ, ਡਿਮਾਂਡ ਐਂਡ ਸਪਲਾਈ ਦਾ ਰੂਲ ਹੈਗਾ ਇਹ। ਲੇਕਿਨ ਜਿਵੇਂ ਤੁਸੀਂ ਦੱਸਿਆ ਕਿ 30% ਤੱਕ ਜਿਹੜਾ ਹੈ ਰੈਂਟ ਇੱਕ ਸਾਲ ਦੇ ਵਿੱਚ ਵੱਧ ਗਿਆ ਹੈਗਾ। ਅੱਜ ਤੁਸੀਂ ਜੇ ਆਪਾਂ ਬਰੈਂਪਟਨ ਮਿਸਿਸਾਗਾ ਦੀ ਗੱਲ ਕਰੀਏ, ਜੇ ਤੁਸੀਂ 3 ਬੈਡਰੂਮ ਦਾ ਈਵਨ ਤੁਸੀਂ ਟਾਊਨ ਹਾਊਸ ਵੀ ਲੈਣਾ ਆ, ਉਹ ਤੁਹਾਨੂੰ $3500-$3700 ਦੇ ਵਿੱਚ ਮਿਲ ਰਿਹਾ ਆ। ਤਾਂ ਡੈਫੀਨਿਟਲੀ ਰੈਂਟ ਤਾਂ ਕਾਫੀ ਜ਼ਿਆਦਾ ਵੱਧ ਗਏ ਨੇ ਪਿਛਲੇ ਸਾਲ। ਮੈਂ ਹੁਣੀ ਦੇਖ ਰਹੀ ਸੀ ਪਰਸੋਂ ਚੌਥੀ ਇੱਕ ਰਿਪੋਰਟ ਆਈ ਹੈ ਕਿ ਜੇ ਤੁਸੀਂ ਟੋਰਾਂਟੋ ਦੇ ਵਿੱਚ 1 ਬੈਡਰੂਮ ਅਪਾਰਟਮੈਂਟ ਤੁਸੀਂ ਅਫੋਰਡ ਕਰਨਾ ਹੈ, ਤੁਹਾਡੀ ਮਿਨੀਮਮ ਜਿਹੜੀ ਵੇਜ ਹੈਗੀ ਆ ਉਹ $30 ਤੋਂ $40 ਦੇ ਵਿੱਚ ਚਾਹੀਦੀ ਆ, ਤੇ ਉਹ ਵੀ 2 ਜਣੇ ਮਿਲ ਕੇ ਜਿਹੜਾ ਆ ਉਸ ਚੀਜ਼ ਨੂੰ ਅਫੋਰਡ ਕਰ ਸਕਦੇ ਆ, ਕਿਉਂਕਿ 30% ਤੋਂ ਪਲੱਸ ਤਾਂ ਇਹਨਾਂ ਦੇ ਸਾਰੇ ਜਿਹੜੇ ਪੈਸੇ ਆ ਉਹਦੇ ਵਿੱਚ ਆ ਰਹੇ ਆ ਰੈਂਟਲ ਮੋਡ ਦੇ ਵਿੱਚ। ਸੋ ਇਹਦੇ ਬਾਰੇ ਕੀ ਕਹਿਣਾ ਚਾਹਾਂਗੇ, ਕਿਉਂਕਿ ਇਸ ਵਕਤ ਜੋ ਹਾਲਾਤ ਬਣੇ ਹੋਏ ਨੇ, ਮਾਰਕੀਟ ਡਿਮਾਂਡ ਐਂਡ ਸਪਲਾਈ ਦੀ ਤੁਸੀਂ ਗੱਲ ਕਰਦੇ ਪਏ ਹੋ, ਉੱਥੇ ਹੀ ਕੁਝ ਠਹਿਰਾਵ ਵੀ ਆ ਰਿਹਾ ਵਾ। ਕਹਿੰਦੇ ਲਗਜ਼ਰੀਅਸ ਹੋਮਸ ਜਿਹੜੇ ਹੈਗੇ ਸੀ ਉਹਨਾਂ ਦੀ ਸੇਲ 'ਚ ਵੀ ਕਮੀ ਆਈ ਹੈ ਜੀ। ਜਿਹੜੇ ਵੱਡੇ ਘਰ ਨੇ, ਕਿਉਂਕਿ ਹੁਣ ਦੇਖੋ ਜਿਹੜਾ 2 ਮਿਲੀਅਨ ਜਾਂ ਉਸ ਤੋਂ ਵੱਡਾ ਘਰ ਹੈਗਾ, ਜੇ ਉਹਦੇ 'ਚ 50% ਵੀ ਡਾਊਨ ਪੇਮੈਂਟ ਦੇ ਦਿੱਤੀ ਜਾਂਦੀ ਹੈ, ਆਬਵੀਅਸਲੀ 2 ਮਿਲੀਅਨ ਪਲੱਸ ਵਾਲਾ ਘਰ ਉਹੀ ਬਾਇਰ ਬਾਏ ਕਰੇਗਾ ਜਿਨ੍ਹਾਂ ਨੇ ਆਪਣਾ ਛੋਟਾ ਘਰ ਵੇਚਿਆ, ਉਹਦੇ ਚੋਂ ਐਕੁਇਟੀ ਕੱਢੀ ਹੈਗੀ ਹੈ। ਫਿਰ ਵੀ ਮਤਲਬ ਜੇ ਉਹ 50% ਵੀ ਦੇ ਦਿੰਦੇ ਨੇ ਤੇ $1 ਮਿਲੀਅਨ ਦੀ ਮੌਰਗੇਜ ਉਹਨਾਂ ਨੂੰ ਅਫੋਰਡ ਕਰਨੀ ਕਾਫੀ ਔਖੀ ਹੋ ਰਹੀ ਹੈ। ਤਕਰੀਬਨ ਆਲਮੋਸਟ ਜਿਹੜੀ ਆ ਉਹ $6000 ਮੰਥਲੀ $1 ਮਿਲੀਅਨ ਦੀ ਮੌਰਗੇਜ ਜਿਹੜੀ ਹੈ, ਜੇ ਮੈਂ ਗਲਤ ਨਹੀਂ ਹੋਵਾਂਗਾ ਤੇ ਇਹਦੇ ਨੇੜੇ ਤੇੜੇ ਹੀ ਬਣ ਰਹੀ ਹੈ, 7000 ਦੇ ਲਾਗੇ ਚ ਗਏ ਜੇਟਸ। ਬਿਲਕੁਲ ਜੀ। ਸੋ ਉਹ ਇਸ ਕਰਕੇ ਜਿਹੜੇ ਕਿਉਂਕਿ ਜਿਹੜੀ ਲਗਜ਼ਰੀ ਹੋਮ ਮਾਰਕੀਟ ਹੈ ਜੀ, ਉਹ ਇੱਕ ਤਰ੍ਹਾਂ ਦੇ ਨਾਲ ਸਟੈਪ ਅਪ ਹੈਗਾ। ਉਹਨਾਂ ਨੂੰ ਕੋਈ ਮਤਲਬ ਇੰਨੀ ਜ਼ਿਆਦਾ ਕੰਪਲਸ਼ਨ ਨਹੀਂ ਹੈਗੀ ਕਿ ਉਹਨਾਂ ਨੇ ਅੱਜ ਹੀ ਬਾਏ ਕਰਨਾ ਹੈ। ਜੇ ਉਹਨਾਂ ਦਾ ਘਰ ਉਹਨਾਂ ਨੂੰ ਲੱਗਦਾ ਕਿ ਠੀਕ ਪ੍ਰਾਈਸ ਤੇ ਵਿਕ ਗਿਆ ਹੈਗਾ, ਲੇਕਿਨ ਬੈਸਟ ਟਾਈਮ ਇਹ ਹੈਗਾ ਅਪਗ੍ਰੇਡ ਕਰਨ ਦਾ, ਕਿਉਂਕਿ ਜਿਹੜੀ ਹਾਊਸ ਪ੍ਰਾਈਸ ਦੀ ਪਰਸੈਂਟੇਜ ਘਟੀ ਹੈ। ਜਿਹੜੇ ਛੋਟੇ ਘਰ ਨੇ ਉਹਨਾਂ ਤੇ ਛੋਟਾ ਅਮਾਉਂਟ ਘਟਿਆ ਆ, ਲੇਕਿਨ ਜਿਹੜੇ ਵੱਡੇ ਘਰ ਨੇ ਉਹਨਾਂ ਦੀ ਉਨੀ ਜ਼ਿਆਦਾ। ਸੋ ਜੇ ਤਾਂ ਸਾਡੇ ਦਰਸ਼ਕ ਅਪਗ੍ਰੇਡ ਕਰਨ ਦੀ ਸੋਚ ਰਹੇ ਸੀਗੇ ਤੇ ਫਿਰ ਤੇ ਮੈਂ ਕਹਾਂਗਾ ਕਿ ਬੈਸਟ ਟਾਈਮ ਹੈਗਾ, ਕਿਉਂਕਿ ਉਹਨਾਂ ਦਾ ਛੋਟਾ ਘਰ ਘੱਟ ਥੱਲੇ ਆਇਆ, ਜਿਹੜੇ ਵੱਡੇ ਘਰ ਨੇ ਉਹ ਜ਼ਿਆਦਾ ਥੱਲੇ ਆਏ ਨੇ। ਸੋ ਅਪਗ੍ਰੇਡ ਕਰਨ ਵਾਸਤੇ, ਅਪਸਾਈਜ਼ ਕਰਨ ਵਾਸਤੇ ਇਹ ਬੈਸਟ ਟਾਈਮ ਹੈਗਾ। ਹਾਂ, ਜੇ ਤੁਸੀਂ ਡਾਊਨ ਸਾਈਜ਼ ਕਰਨਾ ਚਾਹੁੰਦੇ ਹੋ ਉਹਦੇ ਵਾਸਤੇ ਜਿਹੜਾ ਹੈ ਇਹ ਟਾਈਮ ਮੈਂ ਕਹੂੰਗਾ ਠੀਕ ਨਹੀਂ ਹੈਗਾ। ਇਹ ਅਪਸਾਈਡ ਦੇ ਵਿੱਚ ਜੇ ਮੈਂ ਗੱਲ ਕਰਾਂ ਕਿ ਇਹ ਲੋਕਾਂ ਲਈ 골ਡਨ ਓਪਰਚੁਨਿਟੀ ਹੈ, ਜਿੱਦਾਂ ਸੈਮ ਜੀ ਨੇ ਕਿਹਾ, ਕਿਉਂਕਿ ਹਰ ਪ੍ਰਾਪਰਟੀ ਦਾ ਜਿਹੜਾ ਟਿਕਟ ਸਾਈਜ਼ ਹੈ ਨਾ, ਵੱਡੇ ਦੀ ਡੈਫੀਨੇਟਲੀ ਕਿਉਂਕਿ ਉਹਦੀ ਜਿਹੜੀ ਅਮਾਉਂਟ ਗਿਰੀ ਹੈ ਉਹ ਜ਼ਿਆਦਾ ਗਿਰੀ, ਕਿਉਂਕਿ ਇਹ 2 ਮਿਲੀਅਨ ਦਾ 10% ਘਟਿਆ ਤੇ ਉਹ 2 ਲੱਖ ਘਟਿਆ। ਜੇ 13-14 ਲੱਖ ਦਾ ਕੋਈ ਵੇਚ ਰਿਹਾ, 30 ਘਟਿਆ, ਤਾਂ ਉਹਦਾ ਗੈਪ ਜਿਹੜਾ ਇਸ ਤੋਂ ਸਭ ਤੋਂ ਘੱਟ ਹੈ। ਵੇਟ ਕਰੂਗਾ, ਗੈਪ ਇਨਕਰੀਜ਼ ਹੋਊਗਾ, ਘਟੂਗਾ ਨਹੀਂ, ਕਿਉਂਕਿ ਪ੍ਰਾਈਸ ਥੋੜੇ ਉੱਪਰ ਤਾਂ ਜਾਣੇ ਹੀ ਜਾਣੇ ਦੇ। ਕੋਈ ਕੈਨੇਡੀਅਨ ਸਾਈਕਲ 2-3 ਸਾਲ ਬਾਅਦ ਹਮੇਸ਼ਾ ਇਹ ਆਉਂਦੀ ਹੈ ਮਾਰਕੀਟ ਦੇ ਵਿੱਚ, ਹਿਸਟਰੀ ਇਹ ਦੱਸਦੀ ਹੈ। 3-3 ਸਾਲ 4-4 ਸਾਲ ਬਾਅਦ ਇਹ ਸਾਈਕਲ ਆਉਂਦਾ, ਔਰ ਇਸ ਵਾਰ ਥੋੜਾ ਜਿਹਾ ਇੰਟਰਸਟ ਰੇਟ ਜ਼ਿਆਦਾ ਵਧਿਆ, ਉਹਦੇ ਕਰਕੇ ਲੋਕਾਂ ਨੂੰ ਇੰਪੈਕਟ ਜ਼ਿਆਦਾ ਫੀਲ ਹੋਇਆ। ਬਟ ਡੈਫੀਨਿਟਲੀ ਚੀਜ਼ਾਂ ਚੇਂਜ ਹੋਣਗੀਆਂ। ਕਹਿੰਦੇ ਆ ਮਾਰਕੀਟ ਦੀ ਸਿਚੁਏਸ਼ਨ 2 ਜਣਿਆਂ ਦੀ ਜਿਹੜੀ ਹੁੰਦੀ ਹੈ, ਇੱਕ ਲਈ ਤਾਂ ਨੈਗੇਟਿਵ ਇੰਪੈਕਟ ਪਾਉਂਦੀ ਹੈ, ਇੱਕ ਦੇ ਉੱਤੇ ਪੋਜ਼ਿਟਿਵ ਵੀ ਹੁੰਦੀ ਆ। ਜੇਕਰ ਕੋਈ ਇਸ ਵਕਤ ਆਪਣਾ ਘਰ ਸੇਲ ਦੇ ਉੱਤੇ ਲਾਉਣਾ ਚਾਹੁੰਦਾ, ਕਿੰਨਾਂ ਦੇ ਲਈ ਇਹ ਬੈਟਰ ਓਪਰਚੁਨਿਟੀ ਹੋ ਸਕਦੀ ਹੈ ਕਿ ਉਹਨਾਂ ਦੇ ਲਈ ਸੇਲ ਦੇ ਉੱਤੇ ਆਪਦਾ ਘਰ ਲਾਉਣ ਦੇ ਉੱਤੇ ਇੱਕ ਬੈਟਰ ਆਪਸ਼ਨ ਮਿਲ ਸਕਦਾ ਆ? ਦੇਖੋ ਜੀ, ਜੇ ਤਾਂ ਤੁਹਾਡੀ ਕੰਪਲਸ਼ਨ ਹੈਗੀ ਹੈ ਕਿ ਤੁਹਾਡੀ ਅੱਗੇ ਇੱਕ ਕਲੋਜ਼ਿੰਗ ਆ ਰਹੀ ਹੈ, ਤੁਹਾਡੇ ਕੋਲ ਇਨਫ ਫੰਡਸ ਨਹੀਂ ਹੈਗੇ ਉਸ ਘਰ ਨੂੰ ਕਲੋਜ਼ ਕਰਾਉਣ ਵਾਸਤੇ, ਤਾਂ ਡੈਫੀਨਿਟਲੀ ਤੁਹਾਨੂੰ ਆਪਣੀ ਐਗਜ਼ਿਸਟਿੰਗ ਪ੍ਰਾਪਰਟੀ ਜਿਹੜੀ ਆ ਉਹ ਵੇਚਣੀ ਪਊਗੀ। ਤੁਹਾਡੀ ਇਹ ਕੰਡੀਸ਼ਨ ਹੈ। ਹਾਂਜੀ, ਮਤਲਬ ਫਰਕ ਕਿੱਥੇ ਪਿਆ ਕਿ ਜਿੱਥੇ ਤੁਸੀਂ ਇਹ ਸੋਚਿਆ ਸੀਗਾ ਕਿ ਮੇਰਾ ਇੱਕ ਸਰਟਨ ਨੰਬਰ ਅਚੀਵ ਹੋ ਜਾਏਗਾ, ਉਹਦੇ ਨਾਲੋਂ ਤੁਹਾਨੂੰ ਜਿਹੜਾ ਘੱਟ ਪ੍ਰਾਈਸ ਤੇ ਉਹ ਘਰ ਵੇਚਣਾ ਪਏਗਾ, ਕਿਉਂਕਿ ਤੁਹਾਡੀ ਮਜਬੂਰੀ ਹੈ। ਨਹੀਂ ਤਾਂ ਤੁਹਾਨੂੰ ਜਿਹੜਾ ਅਗਲੀ ਕਲੋਜ਼ਿੰਗ ਹੈ ਉਹਦੀਆਂ ਪੈਨਲਟੀਜ਼ ਪੈ ਸਕਦੀਆਂ, ਤੁਹਾਡਾ ਡਿਪੋਜ਼ਿਟ ਜਿਹੜਾ ਤੁਸੀਂ ਦਿੱਤਾ ਹੈ ਉਹ ਖਤਰੇ 'ਚ ਪੈ ਸਕਦਾ ਆ, ਬਿਲਡਰ ਕੋਈ ਪੈਨਲਟੀ ਲਾ ਸਕਦਾ ਆ। ਸੋ ਉੱਥੇ ਤਾਂ ਇੱਕ ਕੰਪਲਸ਼ਨ ਆ ਜਾਂਦੀ ਹੈ। ਪਰ ਜੇ ਜਿਹੜਾ ਮੋਟਿਵ ਹੈ ਉਹ ਸਿਰਫ ਪ੍ਰੋਫਿਟ ਸੀਗਾ,
ਤੋ ਡੈਫੀਨਿਟਲੀ ਇਸ ਵੇਲੇ ਜਿਹੜਾ ਤੁਹਾਡਾ ਪ੍ਰੋਫਿਟ ਹੈ ਉਹ ਉਨਾ ਨਹੀਂ ਹੋਏਗਾ ਜਿਹੜਾ ਕਿ ਆਪਾਂ ਪਿਛਲੇ ਸਾਲ ਦੇਖਿਆ, ਜਾਂ ਜਦੋਂ ਇਨਫਲੇਸ਼ਨ ਰੇਟ ਹੁਣ ਜਿਵੇਂ ਇੰਡੀਕੇਸ਼ਨ ਆ ਰਹੀ ਹੈ ਕਿ ਕੰਟਰੋਲ ਹੋ ਰਿਹਾ, ਤੇ ਡੈਫੀਨਿਟਲੀ ਉਹ ਇੰਟਰਸਟ ਰੇਟ ਦੇ ਉੱਤੇ ਵੀ ਇੰਪੈਕਟ ਪਾਏਗਾ। ਔਰ ਜੇ ਇਸ ਹਿਸਾਬ ਦੇ ਨਾਲ ਹੀ ਚੱਲਦਾ ਰਿਹਾ ਤੇ ਲੱਗਦਾ ਕਿ ਅਗਲੇ ਸਾਲ ਦੇ ਮਿਡਲ ਤੱਕ ਮਾਰਕੀਟ ਜਿਹੜੀ ਆ ਉਹ ਕਾਫੀ ਸਟੇਬਲ ਹੋਏਗੀ ਔਰ ਉੱਥੇ ਉਹ ਟਾਰਗੇਟ ਜਿਹੜਾ ਉਹ ਅਚੀਵ ਕੀਤਾ ਜਾ ਸਕਦਾ ਹੈ। ਦੀਪਕ ਜੀ, ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਵੀ ਇਹ ਗੱਲ ਕਰ ਰਹੇ ਸੀ, ਮੈਂ ਸਵਾਲ ਤੁਹਾਨੂੰ ਉਦੋਂ ਵੀ ਪੁੱਛ ਰਹੀ ਸੀ ਕਿ ਜਿਨ੍ਹਾਂ ਨੇ ਇਸ ਵਕਤ ਲਿਸਟਿੰਗ ਲੱਗੀ ਹੋਈ ਆ, ਘਰ ਜਿਹੜੇ ਆ ਲਗਾਏ ਹੋਏ ਨੇ, ਤੇ ਅਜਿਹੇ ਦੇ ਵਿੱਚ ਜੇਕਰ ਐਵਰੇਜ ਟਾਈਮ ਤੋਂ ਜ਼ਿਆਦਾ ਉਹ ਟਾਈਮ ਲੰਘ ਚੁੱਕਿਆ ਤੇ ਅਜੇ ਤੱਕ ਘਰ ਜਿਹੜਾ ਅਜੇ ਤੱਕ ਲਿਸਟਿੰਗ ਦੇ ਵਿੱਚ ਲੱਗਿਆ ਹੋਇਆ ਵਾ, ਤਾਂ ਕਿੰਨਾ ਦੇ ਲਈ ਬੈਟਰ ਆਪਸ਼ਨ ਹੋ ਸਕਦਾ ਕਿ ਉਸ ਘਰ ਨੂੰ ਵਾਪਸ ਲੈ ਲੈਣਾ ਚਾਹੀਦਾ ਆ, ਜਾਂ ਫਿਰ ਮਾਰਕੀਟ ਦੇ ਵਿੱਚ ਏਦਾਂ ਹੀ ਹਜੇ ਜਿਹੜਾ ਇਨਵੈਂਟਰੀ ਦੇ ਵਿੱਚ ਰੱਖਣਾ ਚਾਹੀਦਾ ਆ? ਦੇਖੋ, ਮਾਰਕੀਟ ਡੈਫੀਨਿਟਲੀ ਕਿਉਂਕਿ ਇੰਟਰਸਟ ਰੇਟ ਵਧਿਆ, ਲੋਕਾਂ ਦਾ ਜਿਹੜਾ ਮੋਮੈਂਟਮ ਹੈ ਨਾ ਉਹ ਡਾਊਨ ਆ। ਅਦਰਵਾਈਜ਼ ਇਹ ਨਹੀਂ ਹੈ ਕਿ ਮਾਰਕੀਟ 'ਚ ਬਾਇਰ ਨਹੀਂ ਹੈ, ਲੋਕੀ ਬਾਇਰ ਸਿਰਫ ਆਪਣਾ ਕੋਲਡ ਫੀਟ ਹੋ ਗਏ ਨੇ। ਜਿੱਦਾਂ ਕਹਿ ਲਓ ਇੰਟਰਸਟ ਰੇਟ ਦੇਖਦੇ ਹੋਏ ਕਿ ਹਜੇ ਥੋੜੇ ਦੇਰ ਰੁਕ ਜਾਂਦੇ ਆ, ਇੰਟਰਸਟ ਰੇਟ ਹੋਰ ਪਤਾ ਨਹੀਂ ਕਿੰਨਾ ਅੱਗੇ ਜਾਊਗਾ। ਜਿਹੜੀ ਲਿਸਟਿੰਗ ਦੀ ਗੱਲ ਆ, ਲਿਸਟਿੰਗ ਦੇਖੋ ਜੇ ਤਾਂ ਉਹਨਾਂ ਦੀ ਜਿਹੜਾ ਸੈਮਜਰੀ ਕੰਪਲਸ਼ਨ ਹੀ ਹੈ ਕਿ ਵੇਚਣਾ ਹੀ ਵੇਚਣਾ, ਫਿਰ ਤਾਂ ਦੇਖੋ ਕੋਈ ਦੋ ਰਾਹ ਹੈ ਹੀ ਨਹੀਂ, ਫਿਰ ਤੁਹਾਨੂੰ ਮਾਰਕੀਟ ਸਟੇ ਹੀ ਕਰਨਾ ਪੈਣਾ। ਜੇ ਕੋਈ ਬੰਦਾ ਸਿਰਫ ਇਹ ਸੋਚ ਰਿਹਾ ਕਿ ਮੈਂ ਮਾਰਕੀਟ 'ਚ ਇਹ ਘਰ ਦੇ ਪੈਸੇ ਕੈਸ਼ ਕਰਨੇ ਨੇ, ਫਿਰ ਮੈਂ ਕਹਾਂਗਾ ਕਿ ਉਹ ਥੋੜੀ ਦੇਰ ਰੁਕ ਜਾਵੇ। ਇੰਟਰਸਟ ਰੇਟ ਕਿਉਂਕਿ ਨੈਚੁਰਲੀ ਅਗਲੇ ਸਾਲ ਤੱਕ ਸਟਾਰਟ ਦੇ ਵਿੱਚ ਹੋ ਸਕਦਾ ਆਪਾਂ ਥੋੜਾ ਸਟੈਪ ਨੀਚੇ ਵੀ ਦੇਖੀਏ, ਤੇ ਜਿੱਦਾਂ ਆਪਾਂ ਇਸ ਸਾਲ ਦੇ ਸ਼ੁਰੂਆਤ 'ਚ ਵੀ ਦੇਖਿਆ 4% ਦੀ ਪ੍ਰਾਈਸ ਗਰੋਥ ਵੀ ਆਈ ਸੀਗੀ। ਉਹ ਇਸੇ ਕਰਕੇ ਆਈ ਸੀ, ਲੋਕਾਂ ਨੂੰ ਲੱਗਾ ਸੀ ਇੰਟਰਸਟ ਹੁਣ ਨਹੀਂ ਵਧਣਾ, ਬਟ ਫਿਰ ਹੁਣੇ ਥੋੜਾ ਰੀਸੈਂਟਲੀ ਕੈਨੇਡਾ 'ਚ ਨਿਊਜ਼ ਆਈ, ਯੂਐਸ ਨੇ ਵਧਾਇਆ, ਕੋਈ ਕੈਨੇਡਾ ਵੀ ਫੋਲੋ ਕਰਦਾ, ਤਾਂ ਇਸ ਕਰਕੇ ਇਹਨਾਂ ਨੇ ਵੀ ਵਧਾਇਆ, ਤੇ ਹੋ ਸਕਦਾ ਇੱਕ ਅੱਧੀ ਵਾਰੀ ਹੋਰ ਵਧਾਣ। तो इस करके अगले साल थोड़ा जिहा चेंज आऊगी। जे वो होल्ड कर सकते हैं, जे उन्होंने सिर्फ कैश ही करना है होल्ड कर लैन, जे कंपल्शन है सैल करना ही पैना है। बट जे अपग्रेड कर रहे हैं तो बैटर अपॉर्चुनिटी उन्होंने वो सैल कर सकते घट प्राइस से भी। दूजे पासे क्योंकि देखो ये पिरामिड है, जिद्दां जिद्दां घर उपर छोटे वड्डे होंदे जांदे उदां दा बाहर घटी जांदे, ते जे वो वड्डा लै रहे हो नैचुरली उधर नैगोशिएशन पावर उन्हें हत्थ ज़्यादा रहेगी और कंडीशनस अपनी मर्जी नाल जिहड़ियां मर्जी पालन, भावें मॉर्गेज दी पालन, भावें फाइनेंस दी पालन, ਭਾਵੇਂ ਕੰਡੀਸ਼ਨ ਆਫ देयर ਸੇਲ ਹੈ ਪਾਲਣ, ਉਹ ਵੀ ਅੱਜ ਕੱਲ੍ਹ ਅਸੈਪਟ ਹੋ ਰਹੀ ਹੈ। ਆਮ ਤੌਰ ਤੇ ਜੇ ਕਿਹਾ ਜਾਵੇ, ਜਿਹੜੇ ਮੇਰੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ, ਇਸ ਵਕਤ ਬਾਇਰਸ ਮਾਰਕੀਟ ਹੈ ਜਾਂ ਸੈਲਰਸ ਮਾਰਕੀਟ ਹੈ? ਡੈਫੀਨਿਟਲੀ ਦੇਖੋ ਜੀ, ਇਹ ਹੈਗੀ ਤਾਂ ਬਾਇਰ ਮਾਰਕੀਟ ਹੈ, ਇਹਦੇ ਵਿੱਚ ਕੋਈ ਦੋ ਰਾਹ ਹੀ ਨਹੀਂ। ਬਾਇਰਸ ਮਾਰਕੀਟ ਹੈ, ਬਾਇਰ ਮਾਰਕੀਟ ਹੈ ਬਿਲਕੁਲ। ਇਹਦੇ ਵਿੱਚ ਕਿਉਂਕਿ ਦੇਖੋ ਇੰਟਰਸਟ ਰੇਟ ਇਸ ਟਾਈਮ ਵਧੇ ਹੋਏ ਨੇ, ਸੈਲਰ ਲਈ ਉਹ ਪ੍ਰਾਈਸ ਅਚੀਵ ਨਹੀਂ ਹੋ ਪਾ ਰਿਹਾ ਜਿਹੜਾ ਉਹ ਚਾਹੁੰਦੇ ਨੇ, ਔਰ ਬਾਇਰ ਲਈ ਕਿ ਆਪਸ਼ਨਸ ਹੈਗੀਆਂ ਜ਼ਿਆਦਾ। ਇਨਵੈਂਟਰੀ ਪਿੱਛੇ ਨਾਲੋਂ ਥੋੜੀ ਵੱਧ ਗਈ ਹੈ। ਅੱਗੇ ਲੋਕਾਂ ਕੋਲ ਆਪਸ਼ਨ ਹੁੰਦੀ ਸੀ ਕਿ ਜਦੋਂ ਟਾਊਨ ਹਾਊਸ ਕੋਈ ਲੈਣ ਜਾਂਦਾ ਸੀਗਾ, ਉਹ ਕੋਲ 2-3 ਟਾਊਨ ਹਾਊਸ ਮਿਲਦੇ ਸੀ, ਉਹਦੇ ਵਿੱਚ ਉਹਨੂੰ ਉਹ ਪ੍ਰਾਈਸ ਪੇ ਕਰਨੀ ਪੈਂਦੀ ਸੀ। ਹੁਣੇ ਕਿਕੇਰੀ ਦੇ ਵਿੱਚ ਹੀ ਆਪਾਂ ਗੱਲ ਕਰੀਏ 15 ਤੋਂ 20 ਟਾਊਨ ਹਾਊਸ ਵੀ ਲੱਗੇ ਨੇ, ਉਹਦੇ ਕੋਲ ਆਪਸ਼ਨ ਜ਼ਿਆਦਾ ਨੇ। ਇੱਕ ਪਾਸੇ ਪ੍ਰਾਈਸ ਨਹੀਂ ਅਚੀਵ ਹੋ ਰਿਹਾ, ਮੰਨ ਲਓ ਨਹੀਂ ਮਿਲ ਰਿਹਾ, ਉਹ ਦੂਜਾ ਟਰਾਈ ਕਰ ਲੇ, ਦੂਜਾ ਨਹੀਂ ਤੀਜਾ ਕਰ ਲੇ। ਸੋ ਉਹਨੂੰ ਇਹ ਨਹੀਂ ਫੀਅਰ ਹੈਗਾ ਕਿ ਪ੍ਰਾਪਰਟੀ 'ਚ ਮੈਨੂੰ ਆਫਰ ਨਹੀਂ ਪਾਵਾਂਗੇ ਘਰ ਨਿਕਲ ਜੂਗਾ। ਮਲਟੀਪਲ ਆਫਰਸ ਆ ਥੋੜਾ ਜਿਹਾ ਇਸ ਵਕਤ ਟਿਕਾ ਆਇਆ ਵਾ। ਬਿਲਕੁਲ ਜੀ। ਬਾਕੀ ਦੇਖੋ ਮਲਟੀਪਲ ਆਫਰ ਇੱਕ ਤਾਂ ਇਹ ਹੁੰਦਾ ਕਿ ਮਾਰਕੀਟ ਸਿਚੁਏਸ਼ਨ ਹੀ ਇਹੋ ਜਿਹੀ ਆ। ਇੱਕ ਮਲਟੀਪਲ ਆਫਰ ਇਹ ਹੈ ਕਿ ਉਹ ਇੱਕ ਮਾਰਕੀਟਿੰਗ ਸਟ੍ਰੈਟਜੀ ਹੈ ਕਿ ਪ੍ਰਾਪਰਟੀ ਦੀ ਪ੍ਰਾਈਸ ਜਿਹੜੀ ਹੈ ਉਹ ਮਾਰਕੀਟ ਵੈਲਿਊ ਤੋਂ ਕਾਫੀ ਥੱਲੇ ਲਾ ਦਿੱਤੀ ਜਾਵੇ, ਔਰ ਡੈਫੀਨਿਟਲੀ ਉਹਦੇ ਤੇ ਮਲਟੀਪਲ ਆਫਰਸ ਹੋਣਗੀਆਂ। ਲੇਕਿਨ ਹਾਂਜੀ, ਜੇ ਆਪਾਂ ਮਤਲਬ ਜਰਨਲ ਟਰਮਸ ਦੇ ਵਿੱਚ ਗੱਲ ਕਰੀਏ, ਜਿਵੇਂ ਕਿ ਪਹਿਲਾਂ ਹਰ ਇੱਕ ਪ੍ਰਾਪਰਟੀ ਦੇ ਉੱਤੇ ਮਲਟੀਪਲ ਆਫਰਸ ਆ ਰਹੀਆਂ ਸੀ, ਚਾਹੇ ਉਹ ਮਾਰਕੀਟ ਪ੍ਰਾਈਸ ਤੇ ਲੱਗੀ ਹੈ, ਚਾਹੇ ਮਾਰਕੀਟ ਪ੍ਰਾਈਸ ਤੋਂ ਵੱਧ ਤੇ ਲੱਗੀ ਹੋਈ ਹੈ। ਉਹਨਾਂ ਸਾਰੀਆਂ ਤੇ ਹੀ ਅਸੀਂ ਪਿਛਲੇ ਸਾਲ ਵੀ ਦੇਖਿਆ ਜਿਹੜਾ ਸੀਗਾ ਕਿ ਮਲਟੀਪਲ ਆਫਰਸ ਹੋ ਰਹੀਆਂ ਸੀ। ਉਹ ਟ੍ਰੈਂਡ ਜਿਹੜਾ ਉਹ ਨਹੀਂ ਹੁਣ ਹੈਗਾ ਜੀ। ਤੇ ਆਪਣੇ ਕੋਲ ਵੀ ਕੁਝ ਲਿਸਟਿੰਗਸ ਹੁੰਦੀਆਂ ਨੇ, ਜਿਹੜੇ ਦਰਸ਼ਕ ਇਸ ਵਕਤ ਸਾਡੀ ਵੇਟ ਕਰ ਰਹੇ ਨੇ, ਤੇ ਕੁਝ ਆਪਸ਼ਨਸ ਤੁਹਾਨੂੰ ਵੀ ਦਿੱਤੇ ਜਾ ਰਹੇ ਨੇ ਜੇਕਰ ਤੁਸੀਂ ਵੀ ਇਸ ਵਕਤ ਇੰਟਰਸਟ ਹੈਗੇ ਹੋ ਕਿ ਕੋਈ ਪ੍ਰਾਪਰਟੀ ਜਿਹੜੀ ਆ ਬਾਏ ਕੀਤੀ ਜਾ ਸਕੇ। ਸੋ ਤੁਹਾਨੂੰ ਕੁਝ ਇਹੋ ਜਿਹੀਆਂ ਲਿਸਟਿੰਗਸ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੀਆਂ। ਸੋ ਸਰ, ਲਿਸਟਿੰਗਸ ਦੇ ਬਾਰੇ ਵੀ ਜ਼ਰੂਰ ਸਾਡੇ ਦਰਸ਼ਕਾਂ ਨੂੰ ਥੋੜੀ ਜਿਹੀ ਜਾਣਕਾਰੀ ਅਸੀਂ ਦਈਏ। ਜੀ ਬਿਲਕੁਲ, ਜਿੱਦਾਂ ਕਿ ਪ੍ਰਾਈਸ ਕਹਿ ਰਹੇ ਕਿ ਲੋਕਾਂ ਨੂੰ ਇਸ ਟਾਈਮ ਪ੍ਰਾਈਸ ਕਾਫੀ ਅਟਰੈਕਟਿਵ ਮਿਲੇਗਾ, ਔਰ ਅਸੀਂ ਘਰ ਲੈ ਕੇ ਆਏ ਹਾਂ ਚੰਗੂਜ਼ੀ ਤੇ ਡਰਿੰਕ ਵਾਟਰ ਦੇ ਏਰੀਆ ਦੇ ਵਿੱਚ, ਜਿਹੜਾ ਆਪਾਂ ਕਹਿ ਲਈਏ ਕੁਈਨ ਐਂਡ ਡਰਿੰਕ ਵਾਟਰ ਦੇ ਏਰੀਆ ਵਿੱਚ ਡਿਟੈਚ ਘਰ ਲੈ ਕੇ ਆਏ ਹਾਂ। ਸਿੰਗਲ ਕਾਰ ਗਰਾਜ ਦਾ 30 ਫੀਟ ਦਾ ਲੋਟ ਹੈ, ਔਰ ਸਾਰਾ ਰੈਨੋਵੇਟ ਹੈ। ਟੋਟਲ ਕਾਰ ਤੁਸੀਂ ਕਹਿ ਲਓ ਕਿ ਫਲੋਰਿੰਗ ਵੀ ਉਹਦੀ ਰੈਨੋਵੇਟਡ ਹੋਈ ਹੈ, ਸਟੇਅਰਸ ਵੀ ਰੈਨੋਵੇਟ ਹੋਈ ਹੈ, ਕਿਚਨ ਵੀ ਰੈਨੋਵੇਟ ਹੋਈ ਹੈ। ਔਰ ਇਹਦੇ ਨਾਲ ਹਰ ਲੋਕ ਨੂੰ ਅੱਜ ਕੱਲ੍ਹ ਜਿਹੜਾ ਕੁਆਲੀਫਾਈ ਕਰਨ ਦੀ ਦਿੱਕਤ ਆਉਂਦੀ ਹੈ, ਇਹਦੇ ਵਿੱਚ ਬੇਸਮੈਂਟ ਜਿਹੜੀ ਉਹ ਰੈਂਟੇਬਲ ਹੈ। 2 ਬੈਡਰੂਮ ਦੀ ਨਾਲ ਬੇਸਮੈਂਟ ਹੈ, 2200 ਸਕੁਅਰ ਫੀਟ ਦਾ ਘਰ ਹੈ, ਔਰ 4 ਬੈਡਰੂਮ ਨੇ ਅਪਸਟੇਅਰਸ, ਔਰ ਲਿਵਿੰਗ ਤੇ ਫੈਮਿਲੀ ਤੁਹਾਨੂੰ 2 ਪੋਰਸ਼ਨ ਮਿਲਦੇ ਨੇ, ਔਰ ਕਾਫੀ ਅਪਗ੍ਰੇਡਡ ਕਾਰ ਹੈ। ਇਹਦੇ ਲਈ ਜੇ ਤੁਹਾਡਾ ਕੋਈ ਵੀ ਹੈਗਾ 88 ਮੈਕਲੀਵ ਕ੍ਰੈਸੈਂਟ ਦੇ ਉੱਤੇ ਘਰ ਹੈ, ਤੁਸੀਂ ਇਹਦੇ ਲਈ ਤੁਹਾਡਾ ਕੋਈ ਵੀ ਜਾਣਕਾਰੀ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ। ਇਸ ਤੋਂ ਬਾਅਦ ਮੈਂ ਦੱਸਣਾ ਚਾਹਾਂਗਾ, ਸਾਡੇ ਕੋਲ ਜਿਹੜੀ ਦੂਜੀ ਪ੍ਰਾਪਰਟੀ ਹੈ ਉਹ ਹੈਗੀ, ਜਿਹੜਾ ਕੋਈ ਭੈਣ ਭਰਾ ਆਪਣਾ ਕ੍ਰੈਡਿਟ ਵੈਲੀ ਦੇ ਵਿੱਚ
ਏਰੀਆ ਦੇ ਵਿੱਚ ਜਿਹੜਾ ਬਰੈਂਪਟਨ ਦਾ ਹੈਗਾ ਵਿਲੀਅਮ ਤੇ ਆਪਣਾ ਜੇਮਸ ਪੋਟਰ ਦੇ ਏਰੀਆ ਦੇ ਵਿੱਚ ਉਹਦੇ ਸਾਡੇ ਕੋਲ ਬ੍ਰੈਂਡ ਨਿਊ ਡਿਟੈਚ ਕਾਰ ਜਿਹਦੀ ਕਲੋਜ਼ਿੰਗ ਸਿਰਫ 2 ਮਹੀਨੇ ਚ ਅੱਗੇ ਸੀ ਪ੍ਰਾਈਸ ਦੀ ਗੱਲ ਕਰ ਰਹੇ ਹਾਂ ਮੈਂ ਚਾਹਾਂਗੇ ਨਾਲ ਦੇ ਨਾਲ ਨੇਮ ਵੀ ਐਡਰੈਸ ਜ਼ਰੂਰ ਦੱਸਿਆ ਤਾਂ ਕਿ ਇਹ 20 ਫੁਲਰ ਸਟਰੀਟ ਦੀ ਹੈਗਾ ਐਡਰੈਸ ਇਹਦਾ ਇਹ ਕਾਰ ਬ੍ਰੈਂਡ ਨਿਊ ਹੈ ਔਰ ਹਜੇ ਕਲੋਜ਼ ਹੋਣਾ ਹੈ ਇਹ ਅਸਾਈਨਮੈਂਟ ਸੇਲ ਤੇ ਅਸੀਂ ਲਿਆਂਦਾ ਔਰ ਇਹਦੇ ਵਾਸਤੇ ਜੇ ਤੁਹਾਡੇ ਕੋਲ ਕੋਈ ਵੀ ਹੈਗਾ ਤੁਹਾਡੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਇਹਦਾ 3000 ਸਕੁਅਰ ਫੀਟ ਦਾ ਘਰ ਹੈ ਔਰ ਅਸੀਂ ਸਿਰਫ ਇਹਨੂੰ ਸਿਰਫ 1.8 ਦੇ ਵਿੱਚ ਲੈ ਕੇ ਆਏ ਹਾਂ ਔਰ ਜਦ ਕਿ ਬਿਲਡਰ ਪ੍ਰਾਈਸ ਇਹਦੀ ਤੁਸੀਂ ਕਹਿੰਦੇ ਲੋਕੀ ਲਾਸ ਵੀ ਵੇਚ ਰਹੇ ਨੇ ਇਹ 2 ਮਿਲੀਅਨ ਦੀ ਬਾਇੰਗ ਹੈ ਔਰ 2 ਲੱਖ ਲਾਸ ਚ ਆਪਾਂ ਇਹ ਬੰਦਾ ਵੇਚ ਰਿਹਾ ਔਰ ਇਹਦੇ ਵਾਸਤੇ ਕੋਈ ਵੀ ਜੇ ਇਨਫੋਰਮੇਸ਼ਨ ਲੈਣਾ ਚਾਹੁੰਦਾ ਉਹ ਸਾਨੂੰ ਕਾਲ ਕਰ ਸਕਦਾ ਹੈ ਜੀ ਇਸ ਤੋਂ ਬਾਅਦ ਅਸੀਂ ਗੱਲ ਕਰੀਏ ਸਾਡੇ ਕੋਲ ਇੱਕ ਬੜਾ ਹੀ ਵਧੀਆ ਏਰੀਆ ਜਿਹੜਾ ਕਾਫੀ ਫੇਮਸ ਹੈ ਕਿਉਂਕਿ ਉਹਦੀ ਜਿਹੜੀ ਟਰਾਂਸਪੋਰਟੇਸ਼ਨ ਜੇ ਬਗੀ ਹੈ ਬੱਸ ਸਰਵਿਸ ਬਹੁਤ ਵਧੀਆ ਸ਼ਾਰਲੇ ਤੇ ਮੈਕਲੌਗਲਿਨ ਦੇ ਏਰੀਆ ਦੀ ਮੈਂ ਗੱਲ ਕਰ ਰਿਹਾ ਯੂਜੂਲੀ ਉੱਚ ਘਰ ਤੁਹਾਨੂੰ ਸਾਰੇ ਪੁਰਾਣੇ ਮਿਲਦੇ ਬਟ ਇਹ ਘਰ ਜਿਹੜੇ ਸੀ ਕੁਝ ਘਰ ਇਹਦੇ ਵਿੱਚ ਨਾ ਹੁਣੇ ਬਿਲਡਰ ਨੇ 2-3 ਸਾਲ ਪਹਿਲਾਂ ਇਹ ਘਰ ਨਵੇਂ ਬਣਾਏ ਸੀ 25 ਤੋਂ 30 ਘਰ ਹੀ ਸੀਗੇ ਇਹਦੀ ਜਿਹੜੀ ਕਹਿ ਲਈ ਸਟੀਲਸ ਤੋਂ ਨੇਮ ਵੀ ਜ਼ਰੂਰ ਦੱਸ ਦਿਓ ਐਡਰੈਸ ਕਰਕੇ ਮੇਰੇ ਦਰਸ਼ਕ ਸਟੀਲਸ ਤੋਂ ਬਿਲਕੁਲ ਕਹਿ ਲਓ ਤੁਸੀਂ 1 ਮਿੰਟ ਦੀ ਵਾਕ ਹੈ ਔਰ ਇਹ ਹੈਗਾ 56 ਹੈਂਡਰਿਕ ਕ੍ਰੈਸੈਂਟ ਦੇ ਉੱਤੇ ਆਲਮੋਸਟ 3300 ਸਕੁਅਰ ਫੀਟ ਦਾ ਘਰ ਹੈ ਔਰ ਇਹਦੇ ਵਿੱਚ ਲੀਗਲ ਬੇਸਮੈਂਟ ਅਪਾਰਟਮੈਂਟ ਹੈ 3 ਬੈਡਰੂਮ ਦੀ ਔਰ ਨਾਲ ਇਹਦੇ ਵਿੱਚ ਘਰ ਦੇ ਵਿੱਚ ਬਹੁਤ ਰੇਅਰ ਹੁੰਦਾ 7 ਵਾਸ਼ਰੂਮ ਨੇ 7 ਵਾਸ਼ਰੂਮ ਨੇ ਜੀ ਅਪਸਟੇਅਰ ਤੁਹਾਨੂੰ ਸੈਕੰਡ ਫਲੋਰ ਤੇ 4 ਵਾਸ਼ਰੂਮ ਮਿਲਣਗੇ ਜਿਵੇਂ ਆਪਣੇ ਜੁਆਇੰਟ ਫੈਮਿਲੀਜ਼ 2 ਬ੍ਰਦਰਸ ਨਾਲ ਪੇਰੈਂਟਸ ਔਰ ਅੱਜ ਕੱਲ ਤਾਂ ਮੈਨੂੰ ਲੱਗਦਾ ਕਿ ਜ਼ਿਆਦਾ ਜ਼ਰੂਰੀ ਵੀ ਹੋ ਗਿਆ ਜਿਹੜੇ ਹਿਸਾਬ ਨਾਲ ਪ੍ਰਾਈਸਸ ਨੇ ਉਸ ਟਾਈਪ ਦੀ ਫੈਮਿਲੀ ਵਾਸਤੇ ਬਹੁਤ ਵਧੀਆ ਘਰ ਹੈਗਾ ਔਰ ਘਰ ਵੀ ਆਲਮੋਸਟ ਨਿਊ ਹੈ 5 ਸਾਲ ਦੇ ਅੰਦਰ ਹੈ 3 ਸਾਲ ਪੁਰਾਣਾ ਘਰ ਹੈ ਸਿਰਫ 4 ਬੈਡਰੂਮ ਤੁਹਾਨੂੰ ਅਪਸਟੇਅਰਸ ਮਿਲਣਗੇ 4 ਵਾਸ਼ਰੂਮ ਮਿਲਣਗੇ ਔਰ ਬੇਸਮੈਂਟ ਤੁਹਾਨੂੰ 3 ਬੈਡਰੂਮ ਦੀ ਲੀਗਲ ਬੇਸਮੈਂਟ ਸੈਕੰਡ ਡਵੈਲਿੰਗ ਮਿਲੇਗੀ ਔਰ ਕਿਉਂਕਿ ਰੈਂਟਲ ਇੱਥੇ ਈਜ਼ੀ ਬਹੁਤ ਹੋ ਜਾਂਦਾ ਹੈ ਕਿਉਂਕਿ ਬੱਸ ਲੈਣਾ ਬਹੁਤ ਈਜ਼ੀ ਹੈ ਵਿਦਿਨ 1 ਮਿੰਟ ਤੁਹਾਡੇ ਡੋਰ ਸਟੈਪ ਤੇ ਬੱਸ ਹੈ ਓਕੇ ਸੋ ਮਤਲਬ ਦੋਵੇਂ ਤਰੀਕੇ ਨਾਲ ਰੈਂਟਲ ਆਪਸ਼ਨ ਵੀ ਤੁਹਾਨੂੰ ਇੱਕ ਵਧੀਆ ਮਿਲ ਸਕਦਾ ਹੈ ਤੇ ਇੱਕ 5 ਸਾਲ ਦੇ ਅੰਡਰ ਇਹ ਪ੍ਰਾਪਰਟੀ ਜਿਹੜੀ ਬਣੀ ਹੋਈ ਹੈ ਨਿਊਲੀ ਹੈਗੀ ਹੈ ਬਣੀ ਹੋਈ ਸੋ ਮੇਰੇ ਦਰਸ਼ਕ ਨਾਲ ਦੇ ਨਾਲ ਤਸਵੀਰਾਂ ਦੇਖ ਸਕਦੇ ਨੇ ਜੀ ਲੀਗਲ ਬੇਸਮੈਂਟ ਹੈ ਸੋ ਨਾਲ ਦੇ ਨਾਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸੇ ਵੀ ਪ੍ਰਾਪਰਟੀ 'ਚ ਤੁਹਾਨੂੰ ਇੰਟਰਸਟ ਲੱਗਦਾ ਟੀਮ ਅਰੋੜਾ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਸਰ ਇਸ ਤੋਂ ਬਾਅਦ ਮੈਂ ਦੱਸਣਾ ਚਾਹਾਂਗਾ ਇੱਕ ਜਿਹੜੀ ਕਿ ਬਹੁਤ ਕਹਿੰਦੇ ਪ੍ਰੋਮੀਨੈਂਟ ਸਬ ਡਿਵੀਜ਼ਨ ਹੈ ਜਦੋਂ ਆਪਾਂ ਚਰਚਵਿਲ ਦੇ ਉੱਤੇ ਜਾਂਦੇ ਹਾਂ ਸਟੀਲਸ ਦੇ ਉੱਤੇ ਉਹਦੇ ਵਿੱਚ ਫੇਅਰਮਾਉਂਟ ਜਿਹੜੀ ਹੈਗੀ ਹੈ ਫੇਅਰਮਾਉਂਟ ਕ੍ਰੈਸੈਂਟ ਦੇ ਉੱਤੇ ਹੈਗਾ ਘਰ 15 ਨੰਬਰ ਉਹਦੇ ਵਿੱਚ ਅਸੀਂ ਇੱਕ ਸਬ ਡਿਵੀਜ਼ਨ ਹੈ ਜਿਹਦੇ ਚ 50 ਘਰ ਹੀ ਬਣੇ ਜਿਹੜੇ ਕਸਟਮ ਬਿਲਟ ਬਿਲਡਰ ਨੇ ਬਣਾਏ ਆ ਔਰ ਕਾਫੀ ਹਾਈਲੀ ਅਪਗ੍ਰੇਡ ਨੇ ਇਹਦੇ ਸਾਰੇ ਜਿਹੜੇ ਦੋਨੋਂ ਲੈਵਲ ਦੇ ਡੋਰਸ ਨੇ 8 ਫੀਟ ਦੇ ਨੇ ਔਰ ਉੱਪਰ ਤੁਹਾਨੂੰ ਸੈਕੰਡ ਫਲੋਰ ਤੇ ਵੀ 9 ਫੀਟ ਸੀਲਿੰਗ ਮਿਲਦੀ ਹੈ ਔਰ 3200 ਸਕੁਅਰ ਫੀਟ ਦਾ ਘਰ ਹੈ ਔਰ ਇਹਦੇ ਚ ਬਿਲਟ ਇਨ ਅਪਲਾਈਐਂਸਿਸ ਨੇ ਵੋਲਫ ਦੇ ਹਾਈ ਐਂਡ ਔਰ ਮੈਂ ਗੱਲ ਕਰਾਂ ਡਰਾਈਵੇ ਦਾ ਸਾਰਾ ਆਪਣਾ ਇੰਟਰਲੌਕਡ ਹੈ ਈਵਨ ਬੈਕਯਾਰਡ ਇੰਟਰਲੌਕਡ ਹੈ ਔਰ ਇਹਦੇ ਚ ਤੁਹਾਨੂੰ ਉੱਪਰ 4 ਬੈਡਰੂਮ 3 ਫੁੱਲ ਵਾਸ਼ਰੂਮ ਔਰ ਫਿਨਿਸ਼ ਬੇਸਮੈਂਟ ਮਿਲੇਗੀ ਔਰ 50 ਫੀਟ ਦਾ ਅਲਾਟ ਹੈ ਓਕੇ 50 ਬਾਈ 100 ਦਾ ਅਲਾਟ ਹੈ ਇਹਦੇ ਬਾਰੇ ਜੇ ਕੋਈ ਭੈਣ ਭਰਾ ਦੇਖਣਾ ਚਾਹੁੰਦਾ ਤਾਂ ਉਹ ਵੀ ਸਾਨੂੰ ਸੰਪਰਕ ਕਰ ਸਕਦਾ ਔਰ ਅਸੀਂ ਘਰ ਨੂੰ ਸ਼ੋਅ ਕਰਾ ਸਕਦੇ ਹਾਂ ਜੀ ਸੈਮ ਜੀ ਤੁਹਾਡੇ ਕੋਲ ਹਾਂਜੀ ਮੇਰੇ ਕੋਲ ਜਿਹੜੀ ਲਿਸਟਿੰਗ ਹੈ ਉਹ ਕੁਈਨ ਐਂਡ ਮਿਸਾਗਾ ਰੋਡ ਦੇ ਏਰੀਏ ਦੇ ਵਿੱਚ ਗੋਲਫ ਕੋਰਸ ਦੇ ਉੱਤੇ ਇੱਕ ਬੜੀ ਐਕਸਕਲੂਸਿਵ ਕਮਿਊਨਿਟੀ ਬਣੀ ਹੋਈ ਹੈ ਇਹ 63 ਲਿੰਕਸ ਲੇਨ ਪ੍ਰਾਪਰਟੀ ਦਾ ਐਡਰੈਸ ਹੈਗਾ ਇਹ ਬੈਕ ਔਨ ਕਰਦੀ ਹੈ ਰਵੀਨ ਨੂੰ ਜਿਵੇਂ ਦੱਸਿਆ ਕਿ ਵੱਡੇ ਘਰਾਂ ਦੇ ਵਿੱਚ ਕਾਫੀ ਡੀਲਸ ਤੁਹਾਨੂੰ ਮਿਲ ਰਹੀਆਂ ਨੇ ਇਸ ਪ੍ਰਾਪਰਟੀ ਦੀ ਪ੍ਰਾਈਸ ਪਹਿਲਾਂ 2.6 ਮਿਲੀਅਨ ਸੀਗੀ ਹੁਣ ਜਿਹੜੀ ਘਟਾ ਕੇ 2.4 ਮਿਲੀਅਨ 2 ਲੱਖ ਜਿਹੜੀ ਹੈ ਇਹਦੀ ਪ੍ਰਾਈਸ ਘਟਾਈ ਗਈ ਆ ਸਾਡੇ ਭੈਣ ਭਰਾ ਜਿਹੜੇ ਕਿ ਖਾਸ ਕਰਕੇ ਵੱਡਾ ਡਰਾਈਵੇ ਦੇਖ ਰਹੇ ਸੀ ਇਹਦੇ ਵਿੱਚ ਤਕਰੀਬਨ 10 ਤੋਂ 12 ਕਾਰਾਂ ਤੁਸੀਂ ਡਰਾਈਵੇ ਤੇ ਪਾਰਕ ਕਰ ਸਕਦੇ ਹੋ 3 ਕਾਰ ਗਰਾਜ ਜਿਹੜਾ ਆ ਉਹ ਅਟੈਚਡ ਹੈਗਾ ਪ੍ਰਾਪਰਟੀ ਦੇ ਨਾਲ ਇਹਨਾਂ ਘਰਾਂ ਦੇ ਵਿੱਚ ਜਿਹੜਾ ਫਰਕ ਮੇਨ ਅੱਜ ਕੱਲ ਦੇ ਸਬ ਡਿਵੀਜ਼ਨ ਦੇ ਘਰਾਂ ਨਾਲੋਂ ਇਹ ਹੈ ਕਿ ਅੱਜ ਕੱਲ ਦੇ ਜਿਹੜੀ 5000 ਸਕੁਅਰ ਫੀਟ ਘਰ ਹੈ ਉਹਦੇ ਗਰਾਜ ਜਿਹੜੇ ਨੇ ਉਹ ਬਿਲਟ ਇਨ ਹੁੰਦੇ ਨੇ ਤੇ ਕਾਫੀ ਸਾਰੀ ਸਪੇਸ ਗਰਾਜ ਲੈ ਲੈਂਦੇ ਨੇ ਇਹ ਘਰ ਹਾਲਾਂਕਿ ਇਹ 32-3300 ਸਕੁਅਰ ਫੀਟ ਹੈ ਉਹ ਅੱਜ ਦੇ 5000 ਸਕੁਅਰ ਫੀਟ ਘਰ ਦੇ ਨਾਲੋਂ ਖੁੱਲਾ ਘਰ ਹੈ ਕਿਉਂਕਿ ਇਹਦੇ ਗਰਾਜ ਜਿਹੜੇ ਨੇ ਉਹ ਬਾਹਰ ਨੇ ਠੀਕ ਹੈ ਸੋ ਇਹਦੇ ਵਿੱਚ ਸਵਿਮਿੰਗ ਪੂਲ ਵੀ ਹੈਗਾ ਇਹਦੇ ਵਿੱਚ ਬੇਸਮੈਂਟ ਦੇ ਵਿੱਚ ਸੌਨਾ ਵੀ ਬਣਿਆ ਹੋਇਆ ਸੋ ਜੇ ਤੁਸੀਂ ਕੁਝ ਇਸ ਤਰ੍ਹਾਂ ਦੀ ਰੀਕ੍ਰੀਏਸ਼ਨਲ ਪ੍ਰਾਪਰਟੀ ਜਿਹਦੇ ਫੀਚਰਸ ਹੋਣ ਜੇ ਤੁਸੀਂ ਉਹ ਦੇਖ ਰਹੇ ਸੀ ਤਾਂ ਇਹਦੇ ਇਸ ਪ੍ਰਾਪਰਟੀ ਵਾਸਤੇ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ
ਸੋ ਇਹ ਸਾਡੀਆਂ ਅੱਜ ਦੀਆਂ ਲਿਸਟਿੰਗਸ ਜੀ। ਸੀਗੀਆਂ। ਇੱਕ ਲਿਸਟਿੰਗ ਮੈਂ ਹੋਰ ਦੱਸਣੀ ਚਾਹਾਂਗਾ ਜਿਹੜਾ ਕਿ ਆਪਣਾ ਏਰੀਆ ਲੋਕੀ ਕਾਫੀ ਪ੍ਰੋਮਿਨੈਂਟ ਹੈ ਨਾਰਥ ਵੈਸਟ ਬ੍ਰੈਮ ਵੈਸਟ ਦੇ ਵਿੱਚ ਕਾਫੀ ਡਿਮਾਂਡ ਹੈ ਲੋਕਾਂ ਦੀ ਕਿਉਂਕਿ ਇੱਕ ਤਾਂ ਵੈਸਟਫੀਲਡ ਕਮਿਊਨਿਟੀ ਜਿਹਦੇ ਵਿੱਚ ਨਵੇਂ ਘਰ ਨੇ ਸਾਰੇ ਪੂਰੀ ਦੀ ਪੂਰੀ ਸਬ ਡਿਵੀਜ਼ਨ ਅੰਡਰ 5 ਇਅਰਸ ਹੈ ਉਹਦੇ ਵਿੱਚ ਅਸੀਂ ਨਵਾਂ ਘਰ ਹੁਣੀ 2-3 ਦਿਨ ਪਹਿਲੇ ਲਾਇਆ ਗ੍ਰੇਟ ਗਲਫ ਦਾ ਬਿਲਟ ਹੈ ਸਿਰਫ 11 ਮਹੀਨੇ ਪੁਰਾਣਾ ਘਰ ਹੈ ਓਕੇ ਔਰ 34 ਫੀਟ ਦਾ ਲਾਟ ਹੈ ਮੈਂ ਕਹਾਂਗਾ ਬਿਲਡਰ ਵੱਲੋਂ ਇਹਨਾਂ ਨੇ ਕਾਫੀ ਅਪਗ੍ਰੇਡ ਲਿੱਤੇ ਨੇ ਕਿਚਨ ਵਿੱਚ ਇਹਨਾਂ ਵਿੱਚ ਬਿਲਟ ਇਨ ਅਪਲਾਈਐਂਸ ਨੇ ਹਾਂਜੀ 32 ਬੈਰੀਮੈਕ ਡਰਾਈਵ ਇਹ ਘਰ ਦਾ ਐਡਰੈਸ ਹੈ ਔਰ ਗ੍ਰੇਟ ਗਲਫ ਦਾ ਬਿਲਟ ਹੈ ਆਲਮੋਸਟ 2500 ਸਕੁਅਰ ਫੀਟ ਦਾ ਘਰ ਹੈ ਅਨਫਿਨਿਸ਼ ਬੇਸਮੈਂਟ ਹੈ ਬਟ ਨਾਲ ਸੈਪਰੇਟ ਐਂਟਰੈਂਸ ਹੈਗੀ ਹੈ ਓਕੇ ਔਰ 4 ਬੈਡਰੂਮ ਤੋਂ ਉੱਪਰ 3 ਵਾਸ਼ਰੂਮ ਨੇ ਇਹਦੇ ਲਈ ਜੇ ਤੁਹਾਡੀ ਇਨਕੁਆਇਰੀ ਹੈ ਤੁਸੀਂ ਇਹਦੇ ਲਈ ਵੀ ਸਾਨੂੰ ਸੰਪਰਕ ਕਰ ਸਕਦੇ ਹੋ ਜੀ ਅੱਜ ਕਾਫੀ ਜ਼ਿਆਦਾ ਆਪਸ਼ਨਸ ਦਿੱਤੀਆਂ ਗਈਆਂ ਨੇ ਹਰ ਤਰ੍ਹਾਂ ਦੀਆਂ ਆਪਸ਼ਨਸ ਹੈਗੀਆਂ ਨੇ ਸੋ ਤੁਸੀਂ ਆਪਣੇ ਅਪਗ੍ਰੇਡ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਨਵਾਂ ਘਰ ਲੈਣਾ ਚਾਹੁੰਦੇ ਹੋ ਕਾਫੀ ਤਰ੍ਹਾਂ ਦੀਆਂ ਤੁਹਾਨੂੰ ਆਪਸ਼ਨਸ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਵੀ ਲਿਸਟਿੰਗਸ ਬਹੁਤ ਸਾਰੀਆਂ ਹੁੰਦੀਆਂ ਨੇ ਕੁਝ ਚੁਣਿੰਦਾ ਜਿਹੜੀਆਂ ਤੁਹਾਡੇ ਲਈ ਲਿਆਂਦੀਆਂ ਜਾਂਦੀਆਂ ਨੇ ਸੋ ਸਰ ਸਮਾਂ ਅੱਗੇ ਇਜਾਜ਼ਤ ਲੈਣ ਵੱਲ ਨੂੰ ਵਧ ਰਿਹਾ ਵਾ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਸੁਣ ਰਹੇ ਨੇ ਅਖੀਰ ਚ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਰੀਅਲ ਸਟੇਟ ਸੰਬੰਧੀ ਤੁਹਾਡਾ ਕੋਈ ਵੀ ਸਵਾਲ ਹੈ ਰੀਅਲ ਸਟੇਟ ਸੰਬੰਧੀ ਤੁਹਾਡੀ ਕੋਈ ਵੀ ਜ਼ਰੂਰਤ ਹੈ ਚਾਹੇ ਉਹ ਰੀਸੇਲ ਰੀਅਲ ਸਟੇਟ ਹੋਵੇ ਚਾਹੇ ਪ੍ਰੀ ਕੰਸਟਰਕਸ਼ਨ ਜਾਂ ਕਮਰਸ਼ੀਅਲ ਰੀਅਲ ਸਟੇਟ ਹੋਵੇ ਤੁਸੀਂ ਕੋਈ ਬਿਜ਼ਨਸ ਦੇਖ ਰਹੇ ਹੋ ਤੁਸੀਂ ਕੋਈ ਹੋਟਲ ਮੋਟਲ ਗੈਸ ਸਟੇਸ਼ਨ ਕੋਈ ਬੈਂਕੁਏਟ ਹਾਲ ਦੇਖ ਰਹੇ ਹੋ ਕੋਈ ਰੈਸਟੋਰੈਂਟ ਦੇਖ ਰਹੇ ਹੋ ਕਿਸੇ ਤਰ੍ਹਾਂ ਦਾ ਵੀ ਰੀਅਲ ਸਟੇਟ ਸੰਬੰਧੀ ਤੁਹਾਡੀ ਕੋਈ ਵੀ ਲੋੜ ਹੋਵੇ ਤੁਸੀਂ ਸਾਡੇ ਆਫਿਸ ਦੇ ਵਿੱਚ 416 910 9923 ਤੇ ਕਾਲ ਕਰਕੇ ਅਪਾਇੰਟਮੈਂਟ ਬਣਾ ਸਕਦੇ ਹੋ ਮੈਕਲੌਗਲਿਨ ਔਰ ਡੈਰੀ ਦੇ ਏਰੀਏ ਦੇ ਵਿੱਚ ਸਾਡਾ ਆਫਿਸ 268 ਡੈਰੀ ਰੋਡ ਵੈਸਟ ਦੇ ਉੱਤੇ ਵਾਕਿਆ ਹੈਗਾ ਸੱਤੋਂ ਦਿਨ ਸਾਡਾ ਆਫਿਸ ਖੁੱਲਦਾ ਹੈਗਾ ਤੁਸੀਂ ਸਾਨੂੰ ਕਾਲ ਕਰਕੇ ਕਿਸੇ ਵੇਲੇ ਵੀ ਆ ਕੇ ਸਾਡੇ ਨਾਲ ਸਲਾਹ ਮਸ਼ਵਰਾ ਕਰ ਸਕਦੇ ਹੋ ਤੁਹਾਡੀ ਕੋਈ ਜ਼ਰੂਰਤ ਹੈਗੀ ਹੈ ਤੁਸੀਂ ਉਹਦੇ ਸੰਬੰਧੀ ਸਾਡੇ ਤੋਂ ਕੋਈ ਵੀ ਸਵਾਲ ਪੁੱਛ ਸਕਦੇ ਹੋ ਡੈਫੀਨਿਟਲੀ ਸਾਨੂੰ ਖੁਸ਼ੀ ਹੋਏਗੀ ਤੁਹਾਡੇ ਨਾਲ ਕੰਮ ਕਰਕੇ ਦੀਪਕ ਜੀ ਅਖੀਰ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਜਿੱਦਾਂ ਮੈਂ ਗੱਲ ਕੀਤੀ ਸਾਰੀ ਕਿ ਸੈਲਰ ਮਾਰਕੀਟ ਨਹੀਂ ਹੈ ਬਾਇਰ ਮਾਰਕੀਟ ਹੈ ਔਰ ਮੈਂ ਬਾਇਰਸ ਨੂੰ ਇਹ ਕਹਾਂਗਾ ਕਿ ਜਦੋਂ ਵੀ ਮਾਰਕੀਟ ਦੇ ਵਿੱਚ ਫੀਅਰ ਕ੍ਰੀਏਟ ਹੁੰਦਾ ਉਦੋਂ ਹੀ ਪੈਸੇ ਬਣਾਉਣ ਦਾ ਮੌਕਾ ਹੁੰਦਾ ਉਹਦੇ ਵਿੱਚ ਬਿਲਕੁਲ ਸੋ ਇਹ ਤੁਹਾਡੇ ਲਈ ਬੈਸਟ ਟਾਈਮ ਹੈ ਇਸ ਮੌਕੇ ਨੂੰ ਤੁਸੀਂ ਖੁੰਝੋ ਨਾ ਕਿਉਂਕਿ ਰੀਜ਼ਨ ਬੀਇੰਗ ਜੇ ਇੰਟਰਸਟ ਰੇਟ ਹਾਈ ਹੈ ਪ੍ਰਾਈਸ ਤਾਂ ਹੀ ਘੱਟ ਹੈ ਘੱਟ ਨਹੀਂ ਜੇ ਇੰਟਰਸਟ ਰੇਟ ਘਟੂਗਾ ਤੇ ਪ੍ਰਾਈਸ ਤੁਸੀਂ ਵੱਧ ਪੇ ਕਰੋਗੇ ਔਰ ਸਾਲ ਤੋਂ ਸਾਲ ਦਾ ਇੰਟਰਸਟ ਰੇਟ ਤੁਸੀਂ ਲਾ ਲਓ 10 ਤੋਂ 20 ਡਾਲਰ ਤੁਸੀਂ ਵੱਧ ਨਹੀਂ ਭਰਨ ਲੱਗੇ ਪ੍ਰਾਈਸ ਬਟ ਕਿਤੇ ਘੱਟ ਤੁਹਾਨੂੰ ਅੱਜ ਮਿਲ ਰਹੀ ਹੈ ਔਰ ਇਸ ਮਾਰਕੀਟ ਦਾ ਫਾਇਦਾ ਚੁੱਕੋ ਬਿਲਕੁਲ ਜੀ ਸੋ ਥੈਂਕ ਯੂ ਸੋ ਮਚ ਸਾਡੇ ਪ੍ਰੋਗਰਾਮ ਚ ਆਉਣ ਲਈ ਤੇ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਸੇ ਸਾਡਾ ਪ੍ਰੋਗਰਾਮ ਓਪਨ ਹਾਊਸ ਵਿਦ ਟੀਮ ਅਰੋੜਾ ਹੁਣ ਰੀਅਲ ਸਟੇਟ ਸੰਬੰਧੀ ਕੋਈ ਵੀ ਗੱਲਬਾਤ ਹੈਗੀ ਹੈ ਕੁਝ ਵੀ ਪੁੱਛਣਾ ਚਾਹੁੰਦੇ ਹੋ ਪ੍ਰਾਪਰਟੀ ਦੀ ਭਾਲ ਦੇ ਵਿੱਚ ਹੈਗੇ ਹੋ ਟੀਮ ਅਰੋੜਾ ਨੂੰ ਕੰਟੈਕਟ ਕਰ ਸਕਦੇ ਹੋ ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ ਦੇਖਦੇ ਰਹੋ ਹਮਦਰਦ ਟੀਵੀ ਸਤਿ ਸ਼੍ਰੀ ਅਕਾਲ